ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਵਿਨੀਤ ਕਪੂਰ। ਔਰ ਪੰਜਾਬ ਦੇ ਵਿੱਚ ਇਸ ਵਕਤ ਸਿਆਸੀ ਮਾਹੌਲ ਦੀ ਗੱਲ ਕਰਦੇ ਨੇ, ਜਿਸ ਢੰਗ ਦੇ ਨਾਲ ਸਿਆਸਤ ਭਖੀ ਹੋਈ ਹੈ ਔਰ ਰਾਜਨੇਤਾ ਜਿਹੜੇ ਨੇ ਇੱਕ ਦੂਜੇ ਦੇ ਉੱਪਰ ਐਲੀਗੇਸ਼ਨ ਲਾ ਰਹੇ ਨੇ। ਲੇਕਿਨ ਇਸੀ ਵਿਚਾਲੇ ਇੱਕ ਵੱਡਾ ਮਸਲਾ ਬੇਅਦਬੀ ਦਾ ਉੱਭਰ ਕੇ ਫਿਰ ਤੇ ਸਾਹਮਣੇ ਆ ਰਿਹਾ, ਕਿਉਂਕਿ ਹਜੇ ਤੱਕ ਬੇਅਦਬੀ ਦੇ ਮਾਮਲੇ ਦੇ ਵਿੱਚ ਜਿਹੜੇ ਅਸਲ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਔਰ ਜਿਹੜੇ ਪੀੜਿਤ ਹੈ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਹਾਲਾਂਕਿ ਇਸ ਮਸਲੇ ਤੇ ਜੰਮ ਕੇ ਸਿਆਸਤ ਹੁੰਦੀ ਹੋਈ ਨਜ਼ਰ ਆਈ ਹੈ, ਲੇਕਿਨ ਇਸ ਮਸਲੇ ਦੀ ਅਸਲ ਸੱਚਾਈ ਦੀ ਜੇਕਰ ਗੱਲ ਕਰੀਏ ਜਾਂ ਫਿਰ ਅਸਲ ਜਾਂਚ ਦੀ ਜੇਕਰ ਗੱਲ ਕਰੀਏ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਾਂਚ ਜਿਹੜੀ ਹੈ ਉੱਥੇ ਤੱਕ ਪਹੁੰਚੀ ਨਹੀਂ ਜਿੱਥੇ ਤੱਕ ਪਹੁੰਚਣ ਦੀ ਲੋੜ ਸੀ। ਹੁਣ ਵੀ ਮਸਲਾ ਉੱਭਰ ਕੇ ਸਾਹਮਣੇ ਆ ਰਿਹਾ, ਹੁਣ ਵੀ ਕਿਹਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲੂਗੀ ਔਰ ਜਿਹੜੇ ਪੀੜਿਤ ਹੈ ਉਹਨਾਂ ਨੂੰ ਇਨਸਾਫ ਮਿਲੂਗਾ। ਲੇਕਿਨ ਕਿਆ ਵਾਕਿਆ ਮੁਮਕਿਨ ਹੋ ਪਾਊਗਾ? ਕਿਉਂਕਿ ਜਦੋਂ ਵੀ ਬੇਅਦਬੀ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਦੇ ਨਾਲ ਬਾਦਲ ਸ਼ਬਦ ਜ਼ਰੂਰ ਜਲਦਾ ਹੈ। ਕਿਹਾ ਜਾਂਦਾ ਹੈ ਕਿ ਬਾਦਲਾਂ ਨੇ ਉਸ ਵੇਲੇ ਸਰਕਾਰ ਦੇ ਵਿੱਚ ਰਹਿੰਦੇ ਹੋਏ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ। ਲਗਾਤਾਰ ਵੱਧ ਰਹੀਆਂ ਸੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ। ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਮਝੀ ਆਪਣੇ ਲੋਕਾਂ ਦੀ ਤਕਲੀਫ ਤੇ ਦੇ ਦਿੱਤਾ ਵੱਡਾ ਤੋਹਫਾ। ਪੰਜਾਬ ਸਰਕਾਰ ਨੇ ਅੱਜ ਵੱਡਾ ਫੈਸਲਾ ਲੈ ਕੇ ਪੈਟਰੋਲ ਦੇ ਰੇਟ ਅਸੀਂ 10 ਰੁਪਏ ਘੱਟ ਕਰ ਰਹੇ ਹਾਂ। ਅੱਜ ਹੀ ਰਾਤ ਤੋਂ 10 ਰੁਪਏ 5 ਰੁਪਏ ਡੀਜ਼ਲ ਦੇ ਰੇਟ ਅੱਜ ਤੋਂ ਹੀ ਰਾਤ ਤੋਂ ਅਸੀਂ ਘੱਟ ਕਰ ਦਾਂਗੇ, ਜਿਹੜਾ ਕਿ ਪਿਛਲੇ 70 ਸਾਲਾਂ ਦੇ ਵਿੱਚ ਕਦੇ ਮੈਂ ਸੁਣਿਆ ਨਹੀਂ ਕਿ ਇੰਨਾ ਰੇਟ ਵੀ ਕਦੇ ਘਟਿਆ ਹੋਵੇ। ਪੰਜਾਬ ਦੇ ਵਿੱਚ 5 ਰੁਪਏ ਡੀਜ਼ਲ ਤੇ 10 ਰੁਪਏ ਹੋਰ ਸਸਤਾ ਕੀਤਾ ਪੈਟਰੋਲ। We are very thankful for the Chennai sir. ਤਾਂ ਹੀ ਤਾਂ ਸੀਐਮ ਚੰਨੀ ਤੋਂ ਸਦਕੇ ਜਾਂਦੇ ਨੇ ਪੰਜਾਬ ਦੇ ਲੋਕ। ਵਧੀਆ ਗੱਲ ਆ, ਸਸਤਾ ਹੋ ਗਿਆ ਜੀ, ਚੰਗੀ ਗੱਲ ਆ। ਮਾੜਾ ਮੋਟਾ ਸਾਹ ਆਊਗਾ ਜੀ ਸਾਨੂੰ ਵੀ। जी बहुत फ़र्क पड़ता है, 10 रुपये से भी बहुत ज़्यादा फ़र्क पड़ता है। बेनिफिट सानू होया है। ਘਰ ਘਰ ਚੱਲੀ ਗੱਲ, ਪੰਜਾਬ ਸਰਕਾਰ ਕਰਦੀ ਮਸਲੇ ਹੱਲ ਕਰਾਈ। ਔਰ ਇਸੀ ਮਸਲੇ ਨੂੰ ਲੈ ਕੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਰੰਧਾਵਾ ਸਾਹਿਬ, ਐਸਜੀਪੀਸੀ ਦੀ ਜਿਹੜੀ ਕਹਿ ਸਕਦੇ ਆ ਤੁਸੀਂ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਲ ਪਹਿਲਾਂ ਬਾਦਲਾਂ ਦੇ ਨਾਲ ਵੀ ਜੁੜੇ ਰਹੇ ਹੋ ਔਰ ਰਿਜ਼ਾਈਨ ਵੀ ਕਰਤਾ ਬੇਅਦਬੀ ਦੇ ਮਸਲੇ ਨੂੰ ਲੈ ਕੇ। ਲੇਕਿਨ ਓਵਰਆਲ ਅਗਰ ਇਸ ਮਸਲੇ ਦੀ ਗੱਲ ਕਰੀਏ, ਜਦੋਂ ਚੋਣਾਂ ਆਉਂਦੀਆਂ ਤਾਂ ਸਾਰਿਆਂ ਨੂੰ ਇਸ ਮਸਲੇ ਦੀ ਯਾਦ ਆ ਜਾਂਦੀ ਹੈ ਕਿ ਕਿਸ ਢੰਗ ਦੇ ਨਾਲ ਇਨਸਾਫ ਦੇਣਾ ਹੈ, ਕਿਸ ਢੰਗ ਦੇ ਨਾਲ ਵਾਅਦੇ ਕਰਨੇ ਨੇ। ਲੇਕਿਨ ਹਜੇ ਤੱਕ ਵਾਅਦਾ ਇਸ ਮਸਲੇ ਨੂੰ ਲੈ ਕੇ ਪੂਰਾ ਹੁੰਦਾ ਨਜ਼ਰ ਨਹੀਂ ਆਇਆ। ਇੱਕ ਵਾਰ ਫਿਰ ਤੋਂ ਪੀੜਿਤ ਜਿਹੜੇ ਨੇ ਆਵਾਜ਼ ਚੁੱਕ ਰਹੇ ਨੇ ਕਿ 5 ਸਾਲ ਨਿਕਲ ਗਏ ਕਾਂਗਰਸ ਸਰਕਾਰ ਦੇ ਵੀ, ਇਸ ਸਰਕਾਰ ਦੇ ਵਿੱਚ ਵੀ ਆਸ ਜਿਹੜੀ ਆ ਉਹ ਡਿੱਗਦੀ ਨਜ਼ਰ ਆ ਰਹੀ ਹੈ। ਕਿੱਦਾਂ ਦੇਖਦੇ ਹੋ ਇਸ ਓਵਰਆਲ ਮਸਲੇ ਨੂੰ? ਦੇਖੋ ਵਿਨੀਤ ਜੀ, ਗੱਲ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਬ ਸ਼ਕਤੀਮਾਨ ਨੇ। ਜੇ ਗੁਰੂ ਦੀ ਤਾਕਤ ਨੂੰ ਅਸੀਂ ਅਧਿਆਤਮਿਕਤਾ ਤੋਂ ਦੇਖੀਏ ਕਿ ਗੁਰੂ ਸਾਹਿਬ ਦੀ ਕਲਾ ਕਿਸ ਕਿਸ ਰੂਪ ਦੇ ਵਿੱਚ ਵਰਤੀ ਹੈ ਇਸ ਜਹਾਨ ਤੇ, ਦੇਖੋ ਇਹ ਠੀਕ ਆ ਕਿ ਜਿਹੜਾ ਪਹਿਲਾ ਰਾਜ ਸੀ ਉਹਦੇ ਵਿੱਚ ਇਹ ਬੇਅਦਬੀ ਹੋਈ। ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਫਰਜ਼ ਅਕਾਲੀ ਦਲ ਦਾ ਬਣਦਾ ਸੀ ਕਿ ਇਹਦੀ ਨਿਰਪੱਖ ਜਾਂਚ ਕਰਕੇ ਇਹਦੀ ਨਿਰਪੱਖਤਾ ਜਿਹੜੀ ਆ ਕੌਮ ਦੇ ਸਾਹਮਣੇ ਰੱਖੀ ਜਾਂਦੀ। ਤੇ ਜੋ ਹਸ਼ਰ ਹੋਇਆ ਔਰ ਅੱਜ ਤੱਕ ਹੋ ਰਿਹਾ, ਇਹ ਇਸੇ ਗੱਲ ਦਾ ਸਿਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕੀਤੀ, ਗੁਰੂ ਗ੍ਰੰਥ ਸਾਹਿਬ ਦੇ ਇਸ ਮਸਲੇ ਤੇ ਕੋਈ ਜਾਂਚ ਨਹੀਂ ਕੀਤੀ ਔਰ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ। ਬਲਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਦੇ ਵਿੱਚ ਆ ਕੇ ਬੈਠੀ ਸੰਗਤ ਔਰ ਉਹਨੂੰ ਜਲਿਆਂਵਾਲਾ ਬਾਗ ਬਣਾ ਕੇ ਬਾਈਬਲ ਕਲਾਂ ਬਰਗਾੜੀ ਦਾ ਜਿਹੜਾ ਗੋਲੀ ਕਾਂਡ ਹੋਇਆ, ਇਹ ਉਸ ਤੋਂ ਵੀ ਵੱਡੀ ਨਿਹੱਤਾ ਸੀ। ਔਰ ਦੂਸਰੀ ਗੱਲ ਹੈ ਕਿ ਸਾਡਾ ਰੋਸ ਇਸ ਗੱਲ ਤੇ ਜ਼ਿਆਦਾ ਆ ਜਦੋਂ ਅਸੀਂ ਹੋਰ ਪਾਸੇ ਵੱਲ ਦੇਖਦੇ ਹਾਂ। ਅਕਾਲ ਤਖਤ ਸਾਹਿਬ ਵੀ ਢਹਿਆ, ਜੂਨ 1984 ਵੀ ਹੋਇਆ। ਸਾਨੂੰ ਇਹ ਪਤਾ ਸੀ ਕਿ ਉਹ ਸਾਡੇ ਨਹੀਂ ਹਨ, ਉਹਨਾਂ ਨੇ ਕੁਛ ਕੀਤਾ। ਪਰ ਜੋ ਕੁਛ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਹੋਇਆ, ਜਿਸ ਤਰੀਕੇ ਨਾਲ ਬੇਅਦਬੀ ਹੋਈ, ਦੇਖੋ ਇੱਥੇ ਮੁਗਲਾਂ ਦਾ ਰਾਜ ਰਿਹਾ 7 ਸਦੀਆਂ, ਅੰਗਰੇਜ਼ਾਂ ਦਾ ਰਾਜ ਰਿਹਾ, ਉਸ ਤੋਂ ਬਾਅਦ ਆ ਡੈਮੋਕ੍ਰੇਸੀ ਵਾਲਾ ਜਿਹਨੂੰ ਰਾਜ ਕਹਿੰਦੇ ਉਹ ਰਾਜ ਆ ਗਿਆ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕਦੇ ਵੀ ਨਹੀਂ ਹੋਇਆ ਜੋ 2015 ਦੇ ਵਿੱਚ ਜਿਸ ਤਰੀਕੇ ਦੇ ਨਾਲ ਹੋਇਆ। ਔਰ ਉਸ ਤੋਂ ਬਾਅਦ ਉਹ ਇੱਕ ਐਸੀ ਗੱਲ ਸ਼ੁਰੂ ਹੋਈ ਜਿਹੜੀ ਅੱਜ ਤੱਕ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਜੇ ਉਸ ਵਕਤ ਮਿਸਾਲੀ ਸਜ਼ਾ ਉਹਨਾਂ ਹੱਥਾਂ ਨੂੰ ਦਿੱਤੀ ਵੀ ਹੁੰਦੀ
ਜਿਨ੍ਹਾਂ ਹੱਥਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜੇ, ਉਹਨਾਂ ਦੁਸ਼ਟਾਂ ਨੂੰ ਸਜ਼ਾ ਮਿਲੀ ਹੁੰਦੀ ਤਾਂ ਮੈਨੂੰ ਲੱਗਦਾ ਕਿ ਕਿਸੇ ਦਾ ਹੀਆ ਨਹੀਂ ਸੀ ਪੈਣਾ। ਤਾਂ ਜਿੱਥੇ ਤੱਕ ਗੁਰੂ ਨੂੰ ਕੋਈ ਫਰਕ ਨਹੀਂ ਪੈਣਾ, ਗੁਰੂ ਸਮਰੱਥ ਆ, ਗੁਰੂ ਨੂੰ ਕੋਈ ਇਨਸਾਫ ਨਹੀਂ ਦੇ ਸਕਦਾ, ਗੁਰੂ ਇਨਸਾਫ ਆਪ ਲੈਂਦਾ। ਮੇਰਾ ਇਹ ਮੇਰੀ ਭਾਵਨਾ ਕਹਿ ਲਓ, ਜਾਂ ਐਜ ਇੱਕ ਸਿੱਖ ਪ੍ਰਚਾਰਕ ਮੈਂ ਜਿੰਨਾ ਕੁ ਇਤਿਹਾਸ ਨੂੰ ਵਾਚਿਆ ਉਸ ਨਜ਼ਰੀਏ ਤੋਂ ਕਹਿ ਲਓ ਕਿ ਫਿਰ ਇਹ ਦੇਖ ਲਓ ਕਿ ਜਿਸ ਰਾਜ ਦੇ ਵਿੱਚ ਹੋਇਆ ਉਹ ਰਾਜ ਐਸਾ ਖਿਲ ਰਿਹਾ, ਕੋਈ ਜੁੜਨ ਦਾ ਮੁੜ ਕੇ ਹੁਣ ਸਮਾਂ ਨਹੀਂ ਬਣ ਰਿਹਾ। ਤੁਹਾਡੇ ਸਾਹਮਣੇ ਆ ਸਾਰਾ ਕੁਝ। ਤੇ ਜਿਹਨੇ ਖੜ ਕੇ ਗੁਟਕਾ ਸਾਹਿਬ ਦੀ ਸਹੁੰ ਖਾਧੀ, ਵਾਅਦੇ ਕੀਤੇ, ਜਿਹਦੇ ਤੇ ਕੌਮ ਨੇ ਯਕੀਨ ਕੀਤਾ, ਤੇ ਜੇ ਉਹਨੇ ਗੁਰੂ ਦੀ ਬੇਵਫਾਈ ਕੀਤੀ, ਕਦੇ ਕੌਂਸਲਰਾਂ ਤੋਂ ਮੁੱਖ ਮੰਤਰੀ ਬਣਦੇ ਤਾਂ ਦੇਖੇ, ਪਰ ਕਦੇ ਮੁੱਖ ਮੰਤਰੀ ਤੋਂ ਕੌਂਸਲਰਾਂ ਵਾਲਾ ਸਫ਼ਰ ਜਿਹੜਾ ਨਹੀਂ ਦੇਖਿਆ। ਇਹ ਗੁਰੂ ਗ੍ਰੰਥ ਸਾਹਿਬ ਦੀ ਕਲਾ। ਇਸ ਲਈ ਮੈਂ ਜਿੰਨਾ ਵਕਤ ਰਹਿ ਗਿਆ ਮੌਜੂਦਾ ਮੁੱਖ ਮੰਤਰੀ, ਇਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਜੇ ਬਹੁਤੀ ਹਿਸਟਰੀ ਵੱਲ ਤੁਸੀਂ ਨਹੀਂ ਦੇਖਣਾ ਤਾਂ ਤੁਸੀਂ ਜਿਹੜੇ ਤੁਹਾਡੇ ਇਹ ਲੋਕ ਗਏ ਨੇ, ਕੈਪਟਨ ਅਮਰਿੰਦਰ ਸਿੰਘ ਨੂੰ ਕੌਣ ਸੀ ਲਾਉਣ ਵਾਲਾ? ਇਹ ਗੁਰੂ ਦੀ ਕਲਾ ਵਰਤੀ ਹੈ। ਸੋ ਇਸ ਕਰਕੇ ਗੁਰੂ ਦੇ ਨਾਂ ਤੇ ਠੱਗੀਆਂ ਜਿਹੜੀਆਂ ਨੇ, ਬੇਈਮਾਨੀਆਂ, ਇਹ ਚੱਲਣੀਆਂ ਨਹੀਂ। ਇਹ ਸੱਚ ਦਾ ਸੱਚ ਨਿਤਾਰਾ ਕਰਨਾ ਪਊਗਾ। ਵਕਤ ਰਹਿੰਦਿਆਂ ਕਰ ਲੈਣਗੇ ਤਾਂ ਗੁਰੂ ਬਖਸ਼ਿਸ਼ ਵੀ ਕਰੂਗਾ, ਤੇ ਨਹੀਂ ਕਰਨਗੇ ਫਿਰ ਜੋ ਹਾਲ ਦੁਨੀਆਂ ਦਾ ਹੋ ਰਿਹਾ ਹੈ ਉਹਦੇ ਲਈ ਆਪਣੇ ਆਪ ਨੂੰ ਤਿਆਰ ਰੱਖਣਾ। ਰੰਧਾਵਾ ਸਾਹਿਬ, ਤੁਹਾਨੂੰ ਲੱਗਦਾ ਨਹੀਂ ਕਿ ਅਸਲ ਦੋਸ਼ੀਆਂ ਤੱਕ ਪਹੁੰਚਣ ਦੀ ਮਨਸ਼ਾ ਹੀ ਕਿਸੇ ਦੀ ਨਹੀਂ ਸੀ? ਕਿਉਂਕਿ ਅਗਰ ਮਨਸ਼ਾ ਹੁੰਦੀ ਤੇ 4.5 ਸਾਲ ਦੇ ਵਿੱਚ ਜਿਹੜੀਆਂ ਵੀ ਐਸਆਈਟੀਆਂ ਬਣੀਆਂ ਨੇ ਉਹਨਾਂ ਦੀ ਜਾਂਚ ਦੇ ਵਿੱਚ ਕੁਝ ਤਾਂ ਨਿਕਲ ਕੇ ਸਾਹਮਣੇ ਆਂਦਾ। ਅਸਲ ਦੋਸ਼ੀ ਸਲਾਖਾਂ ਦੇ ਪਿੱਛੇ ਹੁੰਦੇ, ਉਹਨਾਂ ਨੂੰ ਸਜ਼ਾ ਮਿਲਣ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਜਾਂਦਾ। ਲੇਕਿਨ ਹਜੇ ਤੱਕ ਜਾਂਚਾਂ ਤੇ ਜਾਂਚਾਂ ਹੋ ਰਹੀਆਂ ਨੇ, ਹਜੇ ਤੱਕ ਡੇਰੇ ਦਾ ਇਸ ਦੇ ਵਿੱਚ ਇਨਵੋਲਵਮੈਂਟ ਖਗਾਲੀ ਜਾ ਰਹੀ ਹੈ, ਲੇਕਿਨ ਅਸਲ ਦੋਸ਼ੀਆਂ ਦੇ ਜਿਹੜੇ ਕਹਿ ਸਕਦੇ ਹਾਂ ਗਲਵੇ ਤੱਕ ਹੱਥ ਪਹੁੰਚਦੇ ਨਜ਼ਰ ਨਹੀਂ ਆ ਰਹੇ। ਦੇਖੋ, ਇਹ ਬਹੁਤ ਤੁਸੀਂ ਵਧੀਆ ਗੱਲ ਕਹੀ ਆ। ਮੇਰਾ ਇਹ ਮੰਨਣਾ, ਜਿੱਥੇ ਤੱਕ ਤੁਸੀਂ ਗੱਲ ਕੀਤੀ ਆ ਕਿ ਡੇਰੇ ਦੇ ਸੰਬੰਧ ਜੁੜਦੇ ਸੀ, ਤੇ ਫਿਰ ਡੇਰੇਦਾਰ ਕਿੱਥੇ ਹੈ? ਗੁਰੂ ਨੇ ਤੇ ਆਪਣੀ ਕਲਾ ਵਰਤਾ ਦਿੱਤੀ। ਜਿਹੜੇ ਬੰਦੇ ਦੇ ਜਾ ਕੇ 4 ਮੁੱਖ ਮੰਤਰੀ ਪੈਰਾਂ 'ਚ ਬਹਿੰਦੇ ਸੀ, ਇੱਕ ਆਪਣੀ ਦੁਨੀਆ ਤੇ ਆਪਣੀ ਸਲਤਨਤ ਬਣਾਈ ਬੈਠਾ ਸੀ, ਤੇ ਅੱਜ ਉਹ ਕਿੱਥੇ ਆ, ਕਿਹਨਾਂ ਹਾਲਾਂ ਦੇ ਵਿੱਚ ਆ? ਇਹ ਤਾਂ ਇਹਨਾਂ ਲੋਕਾਂ ਨੂੰ ਸਮਝ ਕਰਨੀ ਚਾਹੀਦੀ ਆ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਗੁਰੂ ਸਾਹਿਬ ਦਾ ਮਸਲਾ, ਗੁਰੂ ਸਾਹਿਬ ਨਾਲੋਂ ਵੀ, ਕਿਉਂਕਿ ਗੁਰੂ ਦੇ ਜਿਹੜੀ ਬੇਅਦਬੀ ਆ ਉਹਦੇ ਨਾਲ ਸਿੱਖ ਦਾ ਹਿਰਦਾ ਦੁਖਿਆ, ਸੰਗਤ ਦਾ ਹਿਰਦਾ ਦੁਖਿਆ। ਤੋ ਇਹ ਸਾਰਾ ਕੁਝ ਵਰਤਾਰਾ ਜਿਹੜਾ ਇਹ ਵਰਤਿਆ, ਇਹ ਬਿਲਕੁਲ ਠੀਕ ਹੈ ਕਿ ਉੱਥੇ ਤੱਕ ਕੋਈ ਪਹੁੰਚਿਆ ਹੀ ਨਹੀਂ। ਉਹ ਦੋਸ਼ੀ ਬਾਹਰ ਆਉਂਦੇ, ਕਿਵੇਂ ਪਲੈਨਿੰਗ ਹੋਈ, ਕਿਵੇਂ ਇਹ ਕੁਝ ਹੋਇਆ। ਅਸੀਂ ਤਾਂ 6 ਮਹੀਨੇ ਬਾਅਦ ਦੇਖ ਲੈਂਦੇ ਹਾਂ, ਇੱਕ ਨਵੀਂ ਸਿੱਟ ਬਣ ਗਈ, ਇੱਕ ਨਵਾਂ ਕੇਸ ਪੈ ਗਿਆ, ਕਿਸੇ ਨੂੰ ਜ਼ਮਾਨਤ ਹੋ ਗਈ, ਕੋਈ ਅੰਦਰ ਆ ਗਿਆ, ਕੋਈ ਬਾਹਰ ਆ ਗਿਆ, ਕੋਈ ਉਹਦੀ ਹਜੇ ਤੱਕ ਜਿਹੜੀ ਪੂਰੀ ਸਟੋਰੀ ਨਹੀਂ ਬਾਹਰ ਆਈ ਵੀ ਕਿੱਥੇ ਬੈਠ ਕੇ ਰਚੀ ਗਈ, ਕੌਣ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਗਿਆ, ਤੇ ਕਿਸ ਤਰ੍ਹਾਂ ਦੇ ਉਹਨੇ ਪਲਾਨ ਕਰਕੇ। ਕਿਤੋਂ ਅੱਧੀ ਸਟੋਰੀ, ਤੁਸੀਂ ਮੀਡੀਆ ਦੇ ਵਿੱਚ ਰਹਿੰਦੇ ਹੋ, ਕਿਤੇ ਤੁਹਾਨੂੰ ਅੱਧੀ ਸਟੋਰੀ ਮਿਲ ਜਾਂਦੀ ਹੈ, ਉਹਦਾ ਪਾਰਟ ਕਿਤੇ 2 ਸਾਲ ਬਾਅਦ ਜਾ ਕੇ ਅਗਲਾ ਮਿਲਦਾ, ਇੰਨੇ ਨੂੰ ਪਿਛਲਾ ਲੋਕ ਭੁੱਲ ਜਾਂਦੇ ਨੇ। ਸੋ ਇਹ ਕਾਰਨ ਕੀ ਹੈ ਇਸ ਦਾ ਕਾਰਨ ਕੀ ਹੈ? ਕਿਆ ਇਸ ਮਸਲੇ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਆ ਰਾਜਨੀਤੀ ਦੇ ਵਿੱਚ ਕਿ ਸਿਆਸੀ ਰੋਟੀਆਂ ਸੇਕੀਆਂ ਜਾਣ? ਮੈਨੂੰ ਇਹ ਲੱਗਦਾ ਕਿ ਡਬਲ ਸਟੈਂਡਰਡ ਗੇਮ ਖੇਡੀ ਜਾ ਰਹੀ ਹੈ, ਵੀ ਸਿੱਖਾਂ ਨੂੰ ਵੀ ਖੁਸ਼ ਕਰ ਲਿਆ ਜਾਵੇ ਵੋਟ ਬੈਂਕ ਦੇ ਤੌਰ ਤੇ ਜਿਹੜਾ ਕੋਈ ਬਚਿਆ ਖੁਸ਼ਿਆ ਉਹਦਾ ਡੇਰੇਦਾਰ ਦਾ ਹੈਗਾ ਉਹਨੂੰ ਵੀ ਨਾਲ ਲਿਆ ਜਾਵੇ। ਔਰ ਇਹ ਹਮੇਸ਼ਾ ਇੱਕ ਦੁਨੀਆ ਦੀ ਵੀ ਮਰਜ਼ਾਦਾ ਕਿ ਦੁਬਦਾ ਜਿਹੜੀਆਂ ਨੇ ਬਹੁਤ ਘਰ ਗਾਲਤੇ। ਜਿੰਨੀ ਦੇਰ ਤੱਕ ਤੁਸੀਂ ਸਪਸ਼ਟਵਾਦੀ ਹੋ ਕੇ ਇੱਕ ਫੈਸਲਾ ਨਹੀਂ ਲੈਂਦੇ, ਉਨੀ ਦੇਰ ਤੱਕ ਕਦੇ ਵੀ ਭਾਗ ਨਹੀਂ ਲੱਗਦੇ ਹੈਗੇ। ਇਹਦਾ ਗੁਰੂ ਦੀ ਗੱਲ ਹੈ। ਤੁਸੀਂ ਆਮ ਜ਼ਿੰਦਗੀ ਦੇ ਵਿੱਚ, ਰੋਜ਼ਮਰਰਾ ਜ਼ਿੰਦਗੀ ਦੇ ਵਿੱਚ ਦੇਖ ਲਓ, ਸਮਾਜ ਦੇ ਵਿੱਚ ਦੇਖ ਲਓ, ਡਬਲ ਸਟੈਂਡਰਡ ਤੇ ਤੁਸੀਂ ਕਿੰਨੀ ਕੁ ਦੇਰ ਜ਼ਿੰਦਗੀ ਜੀ ਸਕਦੇ ਹੋ? ਨਹੀਂ ਜੀ ਸਕਦੇ। ਦੋਹਰੇ ਮਾਪਦੰਡਾਂ ਦੇ ਉੱਤੇ ਥੋੜਾ ਬਹੁਤ ਹੀ ਕੰਮ ਚੱਲਦਾ, ਲੰਮਾ ਸਮਾਂ ਨਹੀਂ ਚੱਲਦਾ। ਤਾਂ ਇਸ ਲਈ ਇਸੇ ਕਰਕੇ ਸਾਡੀ ਰਾਜਨੀਤੀ ਦੇ ਵਿੱਚ ਇੰਨਾ ਗੰਧਲਾਪਨ ਆ ਗਿਆ। ਇਹ ਜਿਹੜੀ ਸਪਸ਼ਟਤਾ ਸੀਗੀ ਉਹ ਅਲੋਪ ਹੁੰਦੀ ਜਾ ਰਹੀ ਹੈ। ਅੱਜ ਡਬਲ ਸਟੈਂਡਰਡ ਦੇ ਉੱਤੇ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਹ ਨਹੀਂ ਹੋਣਾ ਚਾਹੀਦਾ। ਔਰ ਮੈਂ ਇੱਕ ਗੱਲ ਇਹ ਦਾਅਵੇ ਨਾਲ ਕਹਿ ਸਕਦਾ ਕਿ ਸਿੱਖ ਕੌਮ ਦੇ ਨਾਲ, ਜਾਂ ਸਿੱਖ ਆਈਡੀਓਲੋਜੀ ਨਾਲ, ਜਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਨਾਲ, ਜਾਂ ਦਸਮ ਪਾਤਸ਼ਾਹ ਨੇ ਜੋ ਕੁਛ ਇਹ ਸਾਨੂੰ ਦਿੱਤਾ, ਇਹ ਵਿਰਸਾ ਦਿੱਤਾ, ਇਹ ਆਪਣੇ ਪਾਵਨ ਜਿਸਮ ਦਾ ਗੁਰੂ ਸਾਹਿਬ ਜੀ ਨੇ ਲਹੂ ਬਹਾ ਕੇ ਦਿੱਤਾ। ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਂਦਨੀ ਚੌਕ ਦੀ ਸ਼ਹਾਦਤ ਹੈ, ਤੇ ਪਿਤਾ ਬਾਰਿਆ, ਪੁੱਤਰ ਬਾਰੇ, ਉਹ ਐਸਾ ਕਿੱਲਾ ਗੱਡ ਕੇ ਦਿੱਤਾ। ਦੇਖੋ, ਇਸ ਧਰਮ ਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਵਕਤੀ ਤੌਰ ਤੇ ਇਹ ਪੰਥ ਦਾ, ਪਿੱਛੇ ਜੇ ਕੁਛ ਗੱਲਾਂ ਹੋਈਆਂ, ਕਹਿੰਦੇ ਜੀ ਪੰਥ ਦਾ ਨੁਕਸਾਨ। ਮੈਂ ਕਿਹਾ ਨਹੀਂ। ਦੇਖੋ, ਇਹ ਪੰਥ ਨੇ ਪੱਤੇ ਖਾ ਕੇ ਵੀ ਸਮਾਂ ਬਤੀਤ ਕੀਤਾ। ਜਦੋਂ ਪੱਤੇ ਮੁੱਕ ਗਏ ਦਰਖਤਾਂ ਦੇ, ਤਾਂ ਜੜ੍ਹਾਂ ਖਾ ਕੇ ਵੀ ਵਕਤ ਗੁਜ਼ਾਰ ਲਿਆ, ਆਪਣੀ ਹੋਂਦ ਬਣਾਈ ਰੱਖੀ। ਉਦੋਂ ਭੈੜਾ ਸਮਾਂ ਅੱਜ ਨਹੀਂ ਹੈਗਾ। ਹਾਂ, ਇਹ ਪੰਥ ਨੂੰ ਬਾਹਰੀ ਤਾਕਤਾਂ ਤੋਂ, ਦੂਜਿਆਂ ਤੋਂ ਕਦੇ ਕੋਈ ਖਤਰਾ ਨਹੀਂ ਹੋਇਆ। ਕਹਿੰਦੇ ਜੰਗਲ ਕਹਾੜੇ ਨੂੰ ਦੇਖ ਕੇ ਨਹੀਂ ਰੋਇਆ, ਜੰਗਲ ਰੋਇਆ ਉਹਦੇ ਵਿੱਚ ਆਪਣੇ ਜਾਤ ਭਾਈ ਦਸਤੇ ਨੂੰ ਦੇਖ ਕੇ। ਇਹ ਕੌਮ ਦਾ ਨੁਕਸਾਨ ਜਦੋਂ ਵੀ ਕੀਤਾ
ਤਾਂ ਜਿਹੜੇ ਦਸਤੇ ਬਣੇ ਇਸ ਕੌਮ ਦੇ ਗਦਾਰ ਜਾਂ ਪਿਛਲੇ ਸਮਿਆਂ ਦੇ ਵਿੱਚ ਜਾਂ ਅੱਜ ਜਾਂ ਆਉਣ ਵਾਲੇ ਸਮੇਂ 'ਚ ਕੋਈ ਜੰਮੂਗਾ, ਉਹਨਾਂ ਤੋਂ ਹੀ ਮੈਂ ਸਮਝਦਾ ਕਿ ਇਹਨੂੰ ਖਤਰਾ ਹੁੰਦਾ। ਅਦਰਵਾਈਜ਼ ਇਹ ਕੌਮ ਦੀ ਜਿਹੜੀ ਆ ਦਸਮ ਪਾਤਸ਼ਾਹ ਨੇ ਬੜੀ ਜ਼ਬਰਦਸਤ ਆਈਡੀਓਲੋਜੀ ਜਿਹੜੀ ਆ ਉਹ ਖੜੀ ਕੀਤੀ ਹੈ। ਲੇਕਿਨ ਹੁਣ ਜਿਹੜੀ ਸਿਆਸਤ ਹੋ ਰਹੀ ਹੈ ਇਸ ਨੂੰ ਕਿੱਦਾਂ ਦੇਖਦੇ ਹੋ? ਚੋਣ ਆਉਣ ਵਾਲੀ ਹੈ ਔਰ ਚੋਣਾਂ ਤੋਂ ਪਹਿਲਾਂ ਆ ਮਸਲਾ ਫਿਰ ਭਖਦਾ ਹੋਇਆ ਨਜ਼ਰ ਆ ਰਿਹਾ। ਬਾਦਲ ਦਲ ਕਹਿ ਰਿਹਾ ਕਿ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਹ ਕਹਿ ਰਹੇ ਨੇ ਕਿ ਨਕਲੀ ਗਵਾਹ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਤਾਂ ਕਿ ਸਾਡੇ ਜਿਹੜੇ ਵੱਡੇ ਆਗੂ ਹੈ ਉਹਨਾਂ ਨੂੰ ਡੱਕਿਆ ਜਾ ਸਕੇ। ਇਸ ਤਰ੍ਹਾਂ ਦੀ ਗੱਲਾਂ ਸ਼ੁਰੂ ਹੋ ਚੁੱਕੀਆਂ ਨੇ। ਤੇ ਫਿਰ ਉਹ ਆਪ ਕਿਉਂ ਨਾ ਕਰਕੇ ਗਏ? ਗੱਲ ਤਾਂ ਇਹ ਆ, ਜੋ ਕੁਝ ਵਰਤਿਆ ਤੁਹਾਡੇ ਸਮੇਂ ਵਿੱਚ ਵਰਤਿਆ, ਫਿਰ ਕੋਈ ਇਹ ਨਹੀਂ ਸੀ ਵੀ ਚੋਣ ਜਾਬਤਾ ਲੱਗਣ ਵਾਲਾ। ਉਸ ਤੋਂ ਬਾਅਦ ਤੁਸੀਂ 2-2.5 ਸਾਲ ਰਾਜ ਕੀਤਾ, ਤੁਸੀਂ ਇੱਥੇ ਸਦਭਾਵਨਾ ਰੈਲੀਆਂ ਕੀਤੀਆਂ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਲੋਕ ਸਾਡੇ ਨਾਲ ਖੜੇ ਨੇ। ਉਦੋਂ ਤੁਹਾਡੀਆਂ ਸਦਭਾਵਨਾ ਰੈਲੀਆਂ ਦੀ ਲੋੜ ਨਹੀਂ ਸੀ। ਉਦੋਂ ਤੁਹਾਡੀ ਜਿਹੜੀ ਕਮਿਟਮੈਂਟ ਹੈ, ਅਕਾਲੀ ਦਲ ਦੀ ਜਿਹੜੀ ਗੁਰੂ ਨਾਲ ਕਮਿਟਮੈਂਟ ਹੈ ਇਸ ਪਾਰਟੀ ਦੀ, ਉਦੋਂ ਤੁਹਾਨੂੰ ਇਹ ਦਰਸਾਉਣੀ ਚਾਹੀਦੀ ਸੀ ਕਿ ਸਾਡੇ ਲਈ ਗੁਰੂ ਇੰਪੋਰਟੈਂਟ ਆ। ਮੈਂ ਦਾਅਵੇ ਨਾਲ ਕਹਿਣਾ, ਜੇ ਉਸ ਵਕਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਦੇ ਸੁਪੁੱਤਰ ਸਰਕਾਰ ਵੀ ਸਿੱਟ ਦਿੰਦੇ ਨੇ ਇਸ ਮਸਲੇ ਦੇ ਉੱਤੇ, ਮੈਂ ਕਹਿੰਦਾ ਅੱਜ ਆਹ ਦਿਨ ਦੇਖਣੇ ਨਾ ਪੈਂਦੇ ਜਿਹੜੇ ਦਿਨਾਂ ਦੇ ਉੱਤੇ ਉਹ ਪਹੁੰਚ ਗਏ। ਇਸ ਲਈ ਇਹ ਕਹਿਣਾ, ਇੱਕ ਦਲੀਲ ਇਹ ਦੇਣਾ ਆਖੇ ਜੀ ਅਸੀਂ ਕਰਨਾ ਚਾਹੁੰਦੇ ਸੀ, ਸਾਨੂੰ ਫਲਾਣੇ ਨੇ ਰੋਕਤਾ, ਫਲਾਣੀ ਜਥੇਬੰਦੀ ਨੇ ਰੋਕਤਾ, ਅਸੀਂ ਜਾਂਚ ਉਹਨੂੰ ਭੇਜਦੇ। ਲੋਕਾਂ ਦੇ ਕਹਿੰਦੇ ਸਰਕਾਰਾਂ ਚੱਲਦੀਆਂ ਹੁੰਦੀਆਂ ਨੇ, ਫਿਰ ਤਾਂ ਤੁਸੀਂ ਵੈਸੇ ਹੀ ਕਾਬਲ ਨਹੀਂ ਹੈਗੇ ਇਸ ਕੰਮ ਦੇ। ਸਰਕਾਰ ਜਦੋਂ ਤੁਸੀਂ ਸੰਵਿਧਾਨ ਦੀ ਸਹੁੰ ਚੱਕਦੇ ਹੋ ਉਦੋਂ ਤੁਹਾਡੀ ਕਮਿਟਮੈਂਟ ਹੁੰਦੀ ਹੈ ਸੰਵਿਧਾਨ ਨਾਲ। ਤੇ ਇੱਕ ਤੁਹਾਡੀ ਪਾਰਟੀ, ਪਹਿਲੀ ਤਾਂ ਗੱਲ ਹੈ ਜੇ ਸਿੱਖ ਤੁਹਾਡੀ ਪਰਸਨਲ ਤੁਸੀਂ ਦੇਖੋ ਵੀ ਤੁਹਾਡੀ ਸਾਡੀ ਧਰਮ ਦੇ ਨਾਲ ਕਮਿਟਮੈਂਟ ਹੈ, ਫਿਰ ਤੁਹਾਡੀ ਪਾਰਟੀ ਆਈਡੀਓਲੋਜੀ ਵਾਲੀ ਉਹਦੀ ਕਮਿਟਮੈਂਟ ਹੈ, ਫਿਰ ਤੁਸੀਂ ਸੰਵਿਧਾਨ ਦੀ ਸਹੁੰ ਖਾ ਲਈ ਉਹਦੀ ਕਮਿਟਮੈਂਟ ਹੈ। ਤੁਸੀਂ ਕਿੱਥੇ ਕਿਹੜੇ ਪੈਮਾਨੇ ਤੇ ਖਰੇ ਉਤਰੇ? ਤਾਂ ਇਸ ਲਈ ਇਹ ਕਹਿਣਾ ਗੱਲ ਇਹ ਆ ਵੀ ਇਹ ਫਿਰ ਜੋ ਕੁਝ ਵੀ ਭੁਗਤਾਨ ਹੋ ਰਿਹਾ ਇਸੇ ਗੱਲ ਦਾ ਹੋ ਰਿਹਾ। ਚਲੋ, ਉਹਨਾਂ ਨੇ ਗਲਤੀ ਕੀਤੀ, ਉਸ ਦਾ ਖਾਮਿਆਜ਼ਾ ਭੁਗਤ ਰਹੇ ਨੇ। ਇਹਨਾਂ ਨੇ ਜਿਹੜੀ ਗਲਤੀ ਕੀਤੀ ਹੈ, ਕਿਆ ਇਸ ਦਾ ਖਾਮਿਆਜ਼ਾ ਇਹਨਾਂ ਨੂੰ ਭੁਗਤਣਾ ਪੈ ਸਕਦਾ ਹੈ? ਕਿਉਂਕਿ ਇਹਨਾਂ ਨੇ ਵੀ ਵਾਅਦਾ ਕੀਤਾ ਸੀ 2017 ਦੇ ਵਿੱਚ, ਇਹਨਾਂ ਦਾ ਵੱਡਾ ਵਾਅਦਾ ਆਹੀ ਸੀ ਕਿ ਸਭ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਊਗੀ। ਕਿਆ ਤੁਹਾਨੂੰ ਲੱਗਦਾ ਹੈ ਆਪਣੇ ਵਾਅਦੇ ਤੇ ਖਰੇ ਉਤਰੇ ਨੇ? ਦੇਖੋ, ਜੇ ਖਰੇ ਉਤਰੇ ਵੀ ਹੁੰਦੇ ਤਾਂ ਕੈਪਟਨ ਅਮਰਿੰਦਰ ਸਿੰਘ ਕਿਉਂ ਜਾਂਦਾ ਘਰ ਨੂੰ? ਸਪਸ਼ਟ ਹੈ ਗੱਲ, ਕਾਰਨ ਕੋਈ ਵੀ ਬਣਿਆ। ਪਰ ਅਰੇ ਇਹੀ ਹਾਲ ਜਿਹੜਾ ਹੁਣ ਬੈਠੇ ਨੇ, ਇਹ ਮੈਂ ਇਹ ਕਹਿਣਾ ਕਿ ਤੁਸੀਂ ਇਹ ਜਿਹੜਾ ਫ੍ਰੀ ਫਰੂ ਵੰਡਣੇ ਵਾਲਾ ਇਹੋ ਜਿਹੀ ਕੁਛ ਦੀ ਲੋੜ ਨਹੀਂ। ਤੁਸੀਂ ਜਿਹੜੀ ਕਮਿਟਮੈਂਟ ਤੇ ਸਰਕਾਰ ਬਣਾਈ ਆ ਉਹਨੂੰ ਨਿਭਾਉਣ ਦੀ ਲੋੜ ਹੈ। ਤੁਸੀਂ ਉਹਦੇ ਅਨੁਸਾਰ ਜਿਹੜਾ ਕੰਮ ਕਰੋ, ਹਜੇ ਵੀ ਵਕਤ ਹੈਗਾ। ਅਸਲੀਅਤ ਤੁਹਾਡੇ ਕੋਲ ਸਾਰਾ ਕੁਝ ਹੈਗਾ। ਤੇ ਪਰ ਜੇ ਨਹੀਂ ਕਰਨਗੇ, ਜੇ ਉਹਨਾਂ ਨੇ ਨਹੀਂ ਕੀਤਾ, ਉਹਨਾਂ ਨੇ ਭੋਗ ਲਿਆ, ਫਿਰ ਇਹ ਤਿਆਰ ਰਹਿਣ। ਇਹਨਾਂ ਵਾਸਤੇ ਜਿਹੜਾ ਖੂਹ ਉਹਨਾਂ ਨੇ ਪੱਟਿਆ ਹੋਇਆ, ਇਹਨਾਂ ਦੇ ਗਿਰਨ ਵਾਸਤੇ ਮਤਲਬ ਇਹਨਾਂ ਦੇ ਲੋਕਾਂ ਦੀਆਂ ਸਟੇਟਮੈਂਟਾਂ ਨੇ ਉਹ ਤਿਆਰ ਹੈ, ਉਹ ਪੱਟਿਆ ਹੋਇਆ। ਤੇ ਰੰਧਾਵਾ ਸਾਹਿਬ, ਇਹ ਵੀ ਗੱਲ ਕੀਤੀ ਜਾਂਦੀ ਹੈ ਤੇ ਗੱਲ ਜਿਹੜੀ ਹੈ ਉਹ ਬਾਦਲ ਦਲ ਦੀ ਤਰਫੋਂ ਹੀ ਕੀਤੀ ਜਾਂਦੀ ਕਿ ਅਸੀਂ ਸੱਤਾ ਦੇ ਵਿੱਚ ਸੀ, ਅਸੀਂ ਕਿਉਂ ਆਪਣਾ ਨੁਕਸਾਨ ਖੁਦ ਕਰਾਂਗੇ, ਅਸੀਂ ਕਿਉਂ ਬੇਅਦਬੀ ਕਰਾਵਾਂਗੇ। ਹਾਂ, ਉਹ ਇੰਨਾ ਜ਼ਰੂਰ ਕਹਿੰਦੇ ਨੇ ਕਿ ਸਾਡੇ 2.5 ਸਾਲ ਦੇ ਜਿਹੜਾ ਸਮਾਂ ਸੀ ਉਸ ਦੇ ਵਿੱਚ ਸਾਡੇ ਤੋਂ ਜਿਹੜੇ ਅਸਲ ਦੋਸ਼ੀ ਆ ਉਹ ਨਹੀਂ ਫੜੇ ਗਏ, ਲੇਕਿਨ SITਆਂ ਬਣਾਈਆਂ ਸੀ, ਕਈ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਤਰ੍ਹਾਂ ਦੀ ਉਹ ਗੱਲ ਕਰਦੇ ਨੇ। ਉਹ ਕਹਿੰਦੇ ਨੇ ਮਹਿਜ਼ ਇਸ ਦੇ ਉੱਪਰ ਸਿਆਸਤ ਹੋ ਰਹੀ ਹੈ। ਉਹ ਇਹ ਵੀ ਕਹਿੰਦੇ ਨੇ ਕਿ ਜਿਹੜੇ ਸਿਆਸਤ ਕਰ ਰਹੇ ਨੇ ਜਾਂ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਦਾ ਕੱਖ ਨਾ ਰਹੇ। ਐਗਜ਼ਾਮਪਲ ਵੀ ਦਿੰਦੇ ਨੇ ਕਿ ਕਈਆਂ ਦਾ ਸਭ ਕੁਝ ਜਾਂਦਾ ਵੀ ਨਜ਼ਰ ਆ ਰਿਹਾ। ਇਸ ਤਰ੍ਹਾਂ ਦੀ ਉਹਨਾਂ ਨੇ ਗੱਲਾਂ ਵੀ ਕੀਤੀਆਂ ਨੇ। ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਦੀ ਇੰਨੀ ਗਲਤੀ ਨਹੀਂ ਸੀ ਜਾਂ ਫਿਰ ਸਾਰੀ ਗਲਤੀ ਉਹਨਾਂ ਦੀ ਸੀ? ਦੇਖੋ, ਮੈਂ ਦੋਨੇ ਗੱਲਾਂ ਦਾ ਤੁਹਾਨੂੰ ਉੱਤਰ ਦਿੰਦਾ। ਜਿਹੜੀ ਤਾਂ ਗੱਲ ਤੁਸੀਂ ਬਾਅਦ ਵਿੱਚ ਕਹੀ ਹੈ ਕਿ ਉਹ ਕਹਿੰਦੇ ਨੇ ਉਹਨਾਂ ਦਾ ਕੱਖ ਨਾ ਰਹੇ, ਉਹ ਕੋਈ ਬ੍ਰਹਮ ਗਿਆਨੀ ਸੰਤ ਮਹਾਤਮਾ ਨਹੀਂ ਹੈਗੇ ਜਿਹੜਾ ਕੁਛ ਉਹਨਾਂ ਨੇ ਮੂੰਹ ਤੋਂ ਕਹਿਤਾ ਵੀ ਉਹ ਪੂਰਾ ਹੋ ਜੂ। ਮੇਰਾ ਇਹ ਸਵਾਲ ਆ, ਇਹ ਗੱਲ ਵੀ ਉਹਨਾਂ ਦੀ ਕਿਤੇ ਨਾ ਕਿਤੇ ਮੈਨੂੰ ਖਾਲੀਪਣ ਵਾਲੀ ਲੱਗਦੀ ਆ। ਦੇਖੋ, ਉਹ ਕਹਿੰਦੇ ਨੇ ਕਿ ਇਹਦੇ ਤੇ ਨਵਜੋਤ ਸਿੱਧੂ ਨੇ ਸਿਆਸਤ ਕੀਤੀ, ਇਹਦੇ ਤੇ ਸੁਖਜਿੰਦਰ ਸਿੰਘ ਰੰਧਾਵੇ ਨੇ ਸਿਆਸਤ ਕੀਤੀ, ਤੇ ਫਿਰ ਕੱਖ ਦਾ ਰਹਿਣ ਦੀ ਬਜਾਏ ਉਹ ਪ੍ਰਧਾਨ ਬਣ ਗਿਆ ਤੇ ਉਹ ਹੋਮ ਮਿਨਿਸਟਰ ਬਣ ਗਿਆ। ਇਸ ਲਈ ਇਹ ਉਹਨਾਂ ਨੂੰ ਸਾਨੂੰ ਇਹ ਦਰਸਾਉਣ ਦੀ, ਅਸੀਂ ਉਹਨਾਂ ਦੇ ਇਹ ਗੱਲਾਂ ਤੇ ਯਕੀਨ ਨਹੀਂ ਕਰ ਸਕਦੇ ਵੀ ਉਹ ਕੋਈ ਸੰਤ ਮਹਾਤਮਾ ਨੇ ਵੀ ਉਹਨਾਂ ਨੇ ਖੜੇ ਹੋ ਕੇ ਕਹਿਦਾ। ਇਹ ਤਾਂ ਬਿਲਕੁਲ ਇੱਕ ਆਮ ਜਿਵੇਂ ਪਿੰਡਾਂ ਦੇ ਲੋਕ ਲੜਦੇ ਹੁੰਦੇ ਨੇ, ਮਾਈਆਂ ਲੜਦੀਆਂ ਹੁੰਦੀਆਂ ਨੇ, ਉਹ ਕਹਿੰਦੀਆਂ ਉਹਨੇ ਵੀ ਤੇਰਾ ਕੱਖ ਨਾ ਰਹੇ। ਗੱਲ ਹੈ ਤੁਹਾਡੀ ਕਮਿਟਮੈਂਟ ਦੀ। ਦੂਜੀ ਗੱਲ, ਜਿਹੜਾ ਸਮਾਂ ਤੁਸੀਂ ਕਹਿੰਦੇ ਹੋ ਜੀ ਵੀ ਅਸੀਂ ਕਿਉਂ ਕਰੀਏ, ਐਜ ਏ ਸਿੱਖ, ਐਜ ਏ ਪ੍ਰਚਾਰਕ ਜਾਂ ਐਜ ਏ SGPC ਮੈਂਬਰ, ਕਦੇ ਵੀ ਕਿਸੇ ਵੀ ਸੰਸਥਾ ਨੇ ਗੱਲ ਨਹੀਂ ਕਹੀ ਕਿ ਇਹ ਬੇਅਦਬੀ ਪ੍ਰਕਾਸ਼ ਸਿੰਘ ਬਾਦਲ ਨੇ ਆਪ ਕਰਾਈ ਹੈ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਨੇ ਕਰਾਈ ਹੈ। ਮੈਨੂੰ ਲੱਗਦਾ ਕਿ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਐਡੀ ਨੀਚ ਪਣੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਉਤਰ ਸਕਦਾ, ਭਾਵੇਂ ਉਹ ਕਿੱਡੇ ਤੋਂ ਕਿੱਡਾ ਮਾੜਾ ਹੋਵੇ। ਇਹ ਗੱਲ ਜੇ ਕਹਿ ਦਾਂਗੇ ਤਾਂ ਮੈਨੂੰ ਲੱਗਦਾ ਅਸੀਂ ਆਪਣੇ ਆਪ ਨਾਲ ਵੀ ਬੇਇਨਸਾਫੀ ਕਰਾਂਗੇ। ਰੱਬ ਤਾਂ ਦੇਖਦਾ ਨਾ ਜੇ ਕਿਸੇ ਤੇ। ਪਰ ਗੱਲ ਉਦੋਂ ਵੀ ਮਾੜੀ ਆ, ਕਹਿੰਦੇ ਬੁਰਾ ਨਹੀਂ ਮਾੜਾ, ਬੁਰੇ ਦੀ ਮਾਂ ਮਾਰੀ ਜਿਹਨੇ ਉਹ ਜੰਮਿਆ। ਗੱਲ ਇਹ ਅਸੀਂ ਕਹਿੰਦੇ ਆ ਕਿ ਬੇਅਦਬੀ ਕਰਨ ਵਾਲਿਆਂ ਨਾਲੋਂ ਤੁਹਾਡੇ ਤੇ ਰੋਸ ਇਸ ਕਰਕੇ ਜ਼ਿਆਦਾ ਆ ਵੀ ਤੁਹਾਡੇ ਰਾਜ ਦੇ ਵਿੱਚੋਂ ਬਚ ਕੇ ਕਿਵੇਂ ਚਲਿਆ ਗਿਆ। ਚਲੋ, ਦੂਸਰੀ ਗੱਲ, ਇਹਦਾ ਜਵਾਬ ਮੈਂ ਤੁਹਾਨੂੰ ਦੇ ਦਿੱਤਾ ਕਿ ਅਸੀਂ ਤਾਂ ਕਹਿੰਦੇ ਨਹੀਂ ਹੈਗੇ ਵੀ ਉਹਨਾਂ ਨੇ ਆਪ ਕਰਾਈ ਹੈ। ਅਸੀਂ ਕਹਿੰਦੇ ਆ ਕਿ ਜਿਨ੍ਹਾਂ ਨੇ ਕਰੀ, ਜਿਹੜਾ ਬਿੱਟੂ ਜੇਲ੍ਹ ਦੇ ਵਿੱਚ ਮਾਰਿਆ ਗਿਆ,
ਉਹਨੂੰ ਜਿਪਸੀ ਕਿਹਨੇ ਦਿੱਤੀ ਪੈਲਟ? ਉਹ ਕਿਸੇ ਕਾਂਗਰਸ ਸਰਕਾਰ ਨੇ ਦਿੱਤੀ ਜਾਂ ਸੈਂਟਰ ਨੇ ਦਿੱਤੀ ਜਾਂ ਅਕਾਲੀ ਸਰਕਾਰ ਨੇ ਉਹਨੂੰ ਸਿਕਿਉਰਿਟੀ ਦਿੱਤੀ? ਕਿਉਂ ਸਿਕਿਉਰਿਟੀ ਦਿੱਤੀ ਉਹਨੂੰ ਖਤਰਾ ਕਿਹੜੀ ਗੱਲ ਦਾ ਸੀ? ਬੇਅਦਬੀ ਤੋਂ ਬਾਅਦ ਉਹਦੇ ਨਾਲ ਸਿਕਿਉਰਿਟੀ ਘੁੰਮਦੀ ਰਹੀ ਆ, ਉਹਦੇ ਘਰ ਮੇਲਾ ਲੱਗਦਾ ਰਿਹਾ, ਉਹ ਸਿਆਸਤ ਚਲਾਉਂਦਾ ਸੀ ਕੋਟਕਪੂਰੇ ਦੀ। ਇਹ ਤਾਂ ਪਬਲਿਕ ਡੋਮੇਨ ਦੇ ਵਿੱਚ ਗੱਲਾਂ ਨੇ। ਦੂਸਰੀ ਗੱਲ ਇਹ ਆ ਕਿ ਰਾਮ ਰਹੀਮ ਦੇ ਪੋਸਟਰਾਂ ਦੀ ਰਾਖੀ ਕਿਹਨੇ ਕਰਵਾਈ ਪੁਲਿਸ ਤੋਂ? ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਤਾਂ ਹੋ ਨਹੀਂ ਸਕੀ, ਰਾਮ ਰਹੀਮ ਦੀਆਂ ਫਿਲਮਾਂ ਦੀ ਵੀ ਰਾਖੀ ਹੋ ਰਹੀ ਹੈ। ਇਹਦੇ ਜਵਾਬ ਕੌਣ ਦਊਗਾ? ਫਿਰ ਇਹ ਕਹਿਣਾ ਪਊਗਾ ਵੀ ਜਿਹਨੇ ਰਾਮ ਰਹੀਮ ਦੀ ਰੱਖਿਆ ਕੀਤੀ ਹੋਵੇ ਵੀ ਉਹਦਾ ਵੀ ਕੱਖ ਨਾ ਰਹੇ। ਇਹ ਕਿਉਂ ਨਹੀਂ ਕਹਿੰਦੇ? ਅਸੀਂ ਕਹਿੰਦੇ ਆ ਇਹ ਨਾਰੇ ਨੂੰ ਥੋੜਾ ਜਿਹਾ ਸੁਧਾਰਨ। ਬਿਲਕੁਲ ਠੀਕ ਹੈ, ਇਹ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਵੀ ਜਿਹਨੇ ਬੇਅਦਬੀ ਕਰਵਾਈ ਉਹਦਾ ਕੱਖ ਨਾ ਰਹੇ, ਜਿਹਨੇ ਬੇਅਦਬੀ ਕੀਤੀ ਉਹਦਾ ਕੱਖ ਨਾ ਰਹੇ। ਤੇ ਤੀਸਰਾ ਇਹ ਕਿ ਜਿਹਨੇ ਪਤਾ ਹੋਣ ਦੇ ਬਾਵਜੂਦ ਵੀ ਬੇਅਦਬੀ ਕਰਨ ਵਾਲੇ ਕੌਣ ਨੇ ਉਹਨੂੰ ਨਾ ਫੜਿਆ ਹੋਵੇ ਤੇ ਜਿਹਦਾ ਰਾਜ ਹੋਵੇ ਤੇ ਫਿਰ ਕੱਖ ਉਹਦਾ ਵੀ ਨਹੀਂ ਰਹਿਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਕਿ ਜੇ ਸਿਆਸਤ ਇਹਦੇ ਤੇ ਕਾਂਗਰਸੀਆਂ ਨੇ ਕੀਤੀ ਕੁਛ ਫਲ ਭੋਗੇ ਤੇ ਜੇ ਰਹਿੰਦੇ ਨਾ ਕੁਛ ਕੀਤਾ ਤੇ ਉਹ ਭੋਗ ਜਾਣਗੇ। ਇਹ ਕੋਈ ਸਾਡੇ ਸਕੇ ਨਹੀਂ ਹੈਗੇ, ਇਹ ਕੋਈ ਰਿਸ਼ਤੇਦਾਰ ਨਹੀਂ ਹੈਗੇ ਜਿਹੜੀ ਸਾਡੀ ਇਹਨਾਂ ਨਾਲ ਕੋਈ ਲਿਹਾਜ਼ ਆ। ਜਿਹੜੀ ਗੱਲ ਸਾਫ਼ ਹੈ ਉਹ ਤਾਂ ਸਪਸ਼ਟ ਆ। ਪਰ ਜਦੋਂ ਵੀ ਗੱਲ ਮੁੜ ਕੇ ਵਿਨੀਤ ਜੀ ਇਸ ਕਰਕੇ ਆਉਂਦੀ ਹੈ ਕਿ ਅਕਾਲੀ ਦਲ ਦੇ ਉੱਤੇ ਜਿਹੜਾ ਰੋਸ ਹੈ ਸਿੱਖਾਂ ਦਾ ਇਸ ਕਰਕੇ ਡਿੱਗਦਾ, ਤੁਹਾਡੇ ਸਿਰ ਤੇ ਨੀਲੀ ਪੱਗ ਸੀ। ਇਹ ਪੱਗ ਦੀ ਲਾਜ ਨਹੀਂ ਤੁਸੀਂ ਰੱਖੀ। ਸਾਡਾ ਰੋਸ ਇਸ ਕਰਕੇ ਹੈ। ਬਗਾਨੇ ਕਰਦੇ ਤੇ ਮੁਗਲਾਂ ਨੇ ਬਹੁਤ ਕੁਝ ਕੀਤਾ, 7 ਸਦੀਆਂ ਦੀ ਗੁਲਾਮੀ, 7 ਸਦੀਆਂ ਦਾ ਆਹੀ ਕੁਝ ਚੱਲਦਾ ਸੀ। 10ਮ ਪਾਤਸ਼ਾਹ ਨੇ ਪੱਟ ਦਿੱਤੀ ਜੜੋਂ ਦੀ। ਕਿੰਨਾ ਕੁ ਟਾਈਮ ਲੱਗਿਆ? 32 ਸਾਲ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 9 ਸਾਲ ਦੀ ਉਮਰ ਤੋਂ ਲੈ ਕੇ 42 ਸਾਲ ਦੀ ਉਹਨਾਂ ਦੀ ਏਜ ਪੂਰੀ ਨਹੀਂ ਹੋਈ। 32 ਸਾਲ ਦੀ ਟਨਿਓਰ ਦੇ ਵਿੱਚ 7 ਸਦੀਆਂ ਦਾ ਉਹਨਾਂ ਨੇ ਗੁਲਾਮੀ ਜਿਹੜੀ ਸੀ ਹਿੰਦੁਸਤਾਨ ਦੇ ਗਲੋਂ ਲਾ ਦਿੱਤੀ। ਚਾਂਦਨੀ ਚੌਂਕ ਤੋਂ ਲੈ ਕੇ ਗੜੀ ਚਮਕੌਰ ਤੇ ਫਤਿਹਗੜ੍ਹ ਸਾਹਿਬ ਦੀਆਂ ਕੰਧਾਂ ਤੇ ਇਹੋ ਜਿਹਾ ਕੀਲਾ ਗੱਡ ਦਿੱਤਾ ਕਿ ਇਹ ਕੁਛ ਨਹੀਂ। ਔਰ ਗੁਰੂ ਗ੍ਰੰਥ ਤੇ ਗੁਰੂ ਪੰਥ ਸਾਨੂੰ ਇਹ ਸਿਧਾਂਤ ਦਿੱਤਾ ਸੀ। ਤੇ ਅੱਜ ਜਿਹੜਾ ਬਦਕਿਸਮਤੀ, ਚਲੋ ਕੱਲਾ ਗੁਰੂ ਗ੍ਰੰਥ ਨਹੀਂ ਰੁਲਿਆ, ਇੱਥੇ ਪੰਥ ਵੀ ਰੁਲਿਆ। ਪੰਥ ਕੀ ਸੀ? 5 ਪਿਆਰੇ। ਤੇ 5 ਪਿਆਰੇ ਉਹ ਰਾਮ ਰਹੀਮ ਨੂੰ ਬਿਨਾਂ ਮੰਗੇ ਤੋਂ ਮਾਫੀ ਦੇ ਰਹੇ ਨੇ। ਉਹ ਕਿਹਨੇ ਦਵਾਈ? ਫਿਰ ਉਹਨਾਂ ਦਾ ਵੀ ਕੱਖ ਨਾ ਰਹੇ, ਨਾ ਉਹ ਦੇਣੇ ਵਾਲਾ ਦਾ ਰਹੇ ਤੇ ਨਾ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਇਹ ਪ੍ਰੇਰਨਾ ਦਿੱਤੀ। ਇਹ ਇਸ ਲਹਿਜ਼ੇ ਦੇ ਵਿੱਚ ਲੈ ਸਕਦੇ ਹਾਂ ਕਿ ਆਪਣਾ ਡੇਰੇ ਦਾ ਜਿਹੜਾ ਵੋਟ ਬੈਂਕ ਹੈ ਉਸ ਨੂੰ ਬਚਾਉਣ ਲਈ ਇਹ ਸਭ ਕੁਝ ਹੁੰਦਾ ਰਿਹਾ। 100% ਹੈ ਜੀ। ਇਹ ਲੈਣ ਵਾਲੀ ਦੇਣ ਵਾਲੀ ਤਾਂ ਕੋਈ ਗੱਲ ਹੀ ਨਹੀਂ। ਇਹ ਤਾਂ ਬਿਲਕੁਲ ਸਪਸ਼ਟ ਆ। ਇਹ ਵੋਟ ਬੈਂਕ ਦੇ ਕਾਰਨ ਹੀ ਹੋਇਆ ਸਾਰਾ। ਰੰਧਾਵਾ ਸਾਹਿਬ, ਹੁਣ ਵੀ ਕੁਝ ਆਗੂਆਂ ਦੀ ਫੋਟੋਆਂ ਵਾਇਰਲ ਹੋ ਰਹੀਆਂ ਨੇ, ਕਾਂਗਰਸ ਦੇ ਆਗੂਆਂ ਦੀ ਫੋਟੋਆਂ ਵਾਇਰਲ ਹੋ ਰਹੀਆਂ ਨੇ ਜਿਹੜੇ ਡੇਰੇ ਦੇ ਸਮਾਗਮਾਂ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ। ਵੱਖ-ਵੱਖ ਏਰੀਆ ਦੇ ਵਿੱਚ ਡੇਰੇ ਦੇ ਸਮਾਗਮ ਨੇ। ਹਾਲਾਂਕਿ ਉਹ ਕਹਿ ਰਹੇ ਨੇ ਕਿ ਸ਼ਾਹ ਮਸਤਾਨਾ ਦੇ ਨੂੰ ਲੈ ਕੇ ਸਮਾਗਮ ਕਰਾਏ ਗਏ ਸੀ, ਰਾਮ ਰਹੀਮ ਦਾ ਕੋਈ ਲੈਣਾ ਦੇਣਾ ਨਹੀਂ ਸੀ। ਇਸ ਤਰ੍ਹਾਂ ਦੀ ਗੱਲਾਂ ਵੀ ਹੋ ਰਹੀਆਂ ਨੇ। ਕੀ ਲੱਗਦਾ ਇੱਥੇ ਵੀ ਵੋਟ ਬੈਂਕ ਦੀ ਸਿਆਸਤ ਸ਼ੁਰੂ ਹੋ? ਆ ਤਾਂ ਬੇਵਕੂਫ ਬਣਾਉਂਦੇ ਨੇ ਕਹਿ ਕੇ ਵੀ ਸ਼ਾਹ ਮਸਤਾਨੇ ਦਾ ਹੀ ਚੇਲਾ ਉਹ ਜਿਹੜਾ ਰਾਮ ਰਹੀਮ ਹੈ ਉਹ ਕੌਣ ਹੈ? ਇਸ ਲਈ ਇਹ ਇਸੇ ਕਰਕੇ ਹੈ ਕਿ ਦੇਖੋ ਤੁਸੀਂ 2019 ਦੇ ਚਲੇ ਵਿੱਚ ਚਲੇ ਜਾਓ, ਉਦੋਂ ਇਹਨਾਂ ਨੇ ਬੇਅਦਬੀ ਦੇ ਮੁੱਦੇ ਨੂੰ ਬਹੁਤ ਵੱਡੇ ਪੱਧਰ ਤੇ ਉਭਾਰਿਆ ਤੇ ਸਿੱਖਾਂ ਤੋਂ ਲਾਹਾ ਲੈ ਲਿਆ। ਸਿੱਖਾਂ ਦੀ ਮੈਕਸਿਮਮ ਵੋਟ ਜਿਹੜੀ ਹੈ ਉਹ ਅਕਾਲੀ ਦਲ ਤੋਂ ਵਿਰੋਧ ਦੇ ਵਿੱਚ ਇਹਨਾਂ ਨੂੰ ਪੈ ਗਈ। ਠੀਕ ਹੈ ਨਾ ਗੱਲ? ਤੇ ਹੁਣ ਦੇਖਿਆ ਦੁਨੀਆ ਵੋਟਾਂ ਆ ਗਿਆ, ਹੁਣ ਉਹਨਾਂ ਦੇ ਜਿਹੜੀ ਉਹ ਚੁੰਝ ਚਰਚਾ ਜੀ ਹੁੰਦੀ ਆ ਉਹਦੇ ਵਿੱਚ ਜਾਣ ਲੱਗ ਗਏ। ਇਹ ਕੀ ਮਤਲਬ? ਕੱਲ ਵਿਧਾਨ ਸਭਾ ਦੇ ਵਿੱਚ ਤੁਸੀਂ ਖੜ ਕੇ ਕੀ ਬਿਆਨ ਦੇ ਰਹੇ ਹੋ? ਮੈਂ ਇਹ ਸੋਚਦਾ ਕਿ ਗੱਲ ਤੇ ਅਕਾਲ ਤਖਤ ਸਾਹਿਬ ਤੇ ਫਰਮਾਨ ਆਉਂਦਾ ਹੈ, ਕਿਸੇ ਸਿਆਸੀ ਬੰਦੇ ਦੀ ਸ਼ਿਫਟਿੰਗ ਤੇ ਬਿਆਨ ਆਉਂਦਾ, ਉਹਨੂੰ ਧਰਮ ਨਾਲ ਜੋੜ ਕੇ ਗੱਲ ਕੀਤਾ ਜਾਂਦਾ, ਤੇ ਫਿਰ ਕਿਉਂ ਨਹੀਂ ਹੁਣ ਇਹਨਾਂ ਕਾਂਗਰਸੀਆਂ ਤੇ ਕਾਰਵਾਈ ਕਰ ਰਹੇ? ਇਹ ਕੀ ਲੱਗਦੇ ਨੇ ਕੀ ਕਾਰਨ ਹੈ? ਸੱਦੋ ਇਹਨਾਂ ਨੂੰ, ਉੱਥੇ ਸਜ਼ਾ ਲਾਓ ਇਹਨਾਂ ਨੂੰ ਬੁਲਾ ਕੇ। ਜਿਹੜਾ ਬੰਦਾ ਅਵੱਗਿਆ ਕਰਦਾ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪਹਿਲਾਂ ਵੀ ਮਿਲੀ ਹੈ ਜਿਹੜੇ ਗਏ ਨੇ। ਇਸ ਕਰਕੇ ਕਿਸੇ ਨਾਲ ਸਾਡੀ ਕੋਈ ਲਿਹਾਜ਼ ਨਹੀਂ। ਲੱਗਦਾ ਹੈ ਇਸ ਸਿਆਸਤ ਦੇ ਵਿੱਚ ਹੱਲ ਨਿਕਲੂਗਾ ਇਸ ਮਸਲੇ ਦਾ, ਅਸਲ ਦੋਸ਼ੀਆਂ ਨੂੰ ਸਜ਼ਾ ਮਿਲ ਪਾਊਗੀ? ਇਹਦੇ ਵਿੱਚ ਵਿਨੀਤ ਜੀ ਮੈਨੂੰ ਇਹ ਲੱਗਦਾ ਕਿ ਉਹਦਾ ਹੱਲ ਨਿਕਲ ਤੋਂ ਪਹਿਲਾਂ ਬੇਈਮਾਨਾਂ ਦਾ ਮੈਨੂੰ ਲੱਗਦਾ ਕਿ ਅੰਤ ਹੋ ਜਾਊਗਾ ਇਹ ਸਾਰੀ ਕਹਾਣੀ ਦੇ ਵਿੱਚ। ਉਹ ਅਕਾਲ ਪੁਰਖ ਸਾਹਿਬ ਆਪ ਹੀ ਕਰ ਰਹੇ, ਉਹ ਆਪ ਕਰ ਰਹੇ ਨੇ। ਜਿਹਨੇ ਵੀ ਬੇਈਮਾਨਾ ਕੀਤਾ ਜਾਂ ਕਰੂਗਾ ਤੇ ਜਾਂ ਕਰ ਰਿਹਾ, ਉਹ ਆਪਣੇ ਆਪ ਜਿਹੜਾ ਮਤਲਬ ਸਕਰੀਨ ਤੋਂ ਜਿਹੜਾ ਉਹ ਲਹਿੰਦਾ ਜਾ ਰਿਹਾ। ਸੋ ਇਸ ਲਈ ਇਹ ਪ੍ਰਮਾਤਮਾ ਦੀ ਚੱਕੀ ਚੱਲ ਰਹੀ ਹੈ। ਸਾਡਾ ਤਾਂ ਵਿਸ਼ਵਾਸ ਉਹਦੇ ਤੇ ਹੈ। ਇਸ ਕਰਕੇ ਹੁਣ ਵਕਤ ਨਹੀਂ ਰਿਹਾ ਕਿ ਬੰਦਿਆਂ ਤੋਂ ਅਸੀਂ ਇਨਸਾਫ ਮੰਗੀਏ। ਇਹ ਤਾਂ ਹੁਣ ਇਹਨਾਂ ਨੇ ਆਪਣੇ ਆਪ ਨੂੰ ਦੇਖਣਾ ਵੀ ਬਚਾਉਣਾ ਜਾਂ ਮਤਲਬ ਜਿਹੜਾ ਖੂਹ ਖੋਦਿਆ ਗਿਆ ਉਹਦੇ ਵਿੱਚ ਡਿੱਗਣਾ। ਇਹ ਫੈਸਲਾ ਹੁਣ ਇਹ ਆਪ ਕਰਨ। ਹੁਣ ਅਸੀਂ ਇਹਨਾਂ ਤੋਂ ਭੀਖ ਥੋੜੀ ਮੰਗਣੀ ਆ। ਤੇ ਬਾਕੀ ਮੈਂ ਤਾਂ ਇਹੀ ਕਹਿਣਾ ਕਿ ਸਿੱਖਾਂ ਨੂੰ ਸਮਰੱਥ ਹੋਣਾ ਚਾਹੀਦਾ ਆਪਣੇ ਗੁਰੂ ਘਰਾਂ ਦੇ ਵਿੱਚ ਜਿਹੜੀ ਆ ਗੁਰੂ ਸਾਹਿਬ ਜੀ ਦੀ ਸੇਵਾ ਸੰਭਾਲ ਸੁਚੇਤ ਹੋ ਕੇ ਕਰਨੀ ਚਾਹੀਦੀ ਹੈ। ਤੇ ਬਹੁਤ ਸਾਰੀਆਂ ਜਿਹੜੀਆਂ ਸਾਡੇ ਵਿੱਚ ਵੀ ਘਾਟਾਂ ਆਈਆਂ ਨੇ, ਇਸੇ ਕਰਕੇ ਦੁਸ਼ਮਣ ਦਾ ਜਿਹੜਾ ਇਹ ਹੀਆ ਪਿਆ ਕਿ ਉਹ ਇੱਥੇ ਤੱਕ ਵੱਧ ਗਏ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਕਿੰਨੇ ਗੁਰਦੁਆਰੇ ਬਣਾ ਲਏ, ਕੀ ਕੁਛ ਅਸੀਂ ਪਿੰਡਾਂ ਦੇ ਵਿੱਚ ਕੀਤਾ, ਉਹ ਇਹ ਸਾਰਾ ਕੁਛ ਮਤਲਬ ਜਿਹੜਾ ਇਹ ਹੋ ਰਿਹਾ। ਐਸਜੀਪੀਸੀ ਦੀ ਵੀ ਗੱਲ ਕਰ ਲੈਂਦੇ ਆ। ਕਿਹਾ ਜਾਂਦਾ ਕਿ ਐਸਜੀਪੀਸੀ ਤੇ ਇੱਕ ਪਰਿਵਾਰ ਦਾ ਪ੍ਰਭਾਵ ਜ਼ਿਆਦਾ ਹੈ ਤੇ ਉਹ ਪ੍ਰਭਾਵ ਵੀ ਖਤਮ ਹੋਊਗਾ। ਇਸ ਤਰ੍ਹਾਂ ਦੀ ਵੀ ਗੱਲਾਂ ਪਿਛਲੇ ਦਿਨਾਂ ਦੇ ਵਿੱਚ ਸ਼ੁਰੂ ਹੋਈਆਂ ਸੀ। ਲੱਗਦਾ ਉਹ ਪ੍ਰਭਾਵ ਖਤਮ ਹੋ ਪਾਊਗਾ ਜਾਂ ਵਾਕਿਆ ਹੀ ਪ੍ਰਭਾਵ ਦੇ ਵਿੱਚ ਹੈ ਐਸਜੀਪੀਸੀ? ਇਹਦੇ 'ਚ ਤਾਂ ਕੋਈ ਦੋ ਰਾਵਾ ਨਹੀਂ।
ਦੇਖੋ ਮੈਂ 10 ਸਾਲ ਹੋ ਗਏ ਮੈਨੂੰ, ਜੇ ਉਹ ਪ੍ਰਭਾਵ ਨਾ ਹੁੰਦਾ ਤਾਂ ਜਿੰਨੇ ਕਲੰਕ ਐਸਜੀਪੀਸੀ ਨੂੰ ਲੱਗੇ ਨੇ ਸ਼ਾਇਦ ਨਾ ਲੱਗਦੇ। ਰਾਮ ਰਹੀਮ ਨੂੰ ਮਾਫੀ ਦੇ ਕੇ 90 ਲੱਖ ਦੇ ਉਹਨੂੰ ਜਸਟੀਫਾਈ ਕਰਨ ਤੇ ਸਿੱਖਾਂ ਦੀ 1-1 ਰੁਪਈਏ ਦੀ ਜਿਹੜੀ ਗਰੀਬ ਸਿੱਖਾਂ ਦੀ ਮੱਥਾ ਟਿਕਾਈ ਹੈ, ਉਹ ਇਸ਼ਤਿਹਾਰ ਲੱਗੇ ਕਿ ਜੀ ਇਹ ਬਹੁਤ ਵਧੀਆ ਫੈਸਲਾ, ਤੇ ਉਸ ਤੋਂ ਬਾਅਦ ਉਹ ਫੈਸਲਾ ਰੱਦ ਹੋ ਗਿਆ। ਹੁਣ ਉਹ ਦੱਸੋ ਵੀ ਉਹ 90 ਲੱਖ ਕਿਹਦੇ ਖਾਤੇ 'ਚ ਪਾਈਏ? ਸਾਡੇ ਇੱਕ ਕਹਾਵਤ ਹੈ ਵੀ ਕਿਹਦੀ ਮਾਂ ਨੂੰ ਮਾਸੀ ਆਖੀਏ, ਹੁਣ ਕਿਹਨੂੰ ਕਹੀਏ, ਇਹਦਾ ਜ਼ਿੰਮੇਵਾਰ ਕੌਣ? ਮੈਂ ਤਾਂ ਇਹ ਉਦੋਂ ਵੀ ਮੰਗ ਕੀਤੀ ਸੀ ਵੀ ਜਿੰਨੇ ਮੈਂਬਰ ਉੱਥੇ ਗਏ, ਇਹ ਘੱਟੋ ਇਹਨਾਂ ਨੂੰ ਹਰਜਾਨਾ ਪਾਉਣਾ ਚਾਹੀਦਾ ਉਸ ਗੱਲ ਦਾ। 2-2 ਲੱਖ 3-3 ਲੱਖ ਜਿਨ੍ਹਾਂ ਨੇ ਇਹ ਕਿਹਾ, ਇਹ ਜੁਰਮਾਨਾ ਉਹਨਾਂ ਤੇ ਬਣਦਾ ਕਿ ਗੁਰੂ ਰਾਮਦਾਸ ਦੀ ਗੋਲਕ ਦੇ ਵਿੱਚੋਂ ਪੈਸੇ ਵਾਪਸ ਪਵਾਏ ਜਾਣ, ਕਿਉਂਕਿ ਕਰਤੂਤ ਇਹਨਾਂ ਦੀ ਹੈ, ਗੁਰੂ ਸਾਹਿਬ ਵੱਲੋਂ ਤਾਂ ਕੋਈ ਉਹ ਨਹੀਂ। ਤਾਂ ਇਸ ਲਈ ਕਦੇ ਚਿੜੀਏ ਮਰ ਜਾ ਤੇ ਕਦੇ ਚਿੜੀਏ ਜੀ ਜਾ, ਇਹ ਜਿਹੜੀ ਖੇਡ ਬਣਾਈ ਆ, ਕਦੇ ਉਹਨੂੰ ਮਾਫ ਕਰਤਾ, ਕਦੇ ਉਹਦੀ ਮਾਫੀ ਰੱਦ ਕਰ ਦਿੱਤੀ। ਇਹ ਹੋਰ ਕੌਣ ਕਰ ਰਿਹਾ? ਕਦੇ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦੇ ਉੱਤੇ ਅਸੀਂ ਦੇਖੀਏ, ਕਦੇ 5 ਸਿੰਘ ਜਿਹੜੇ ਜਜ਼ਬੇ ਵਾਲੇ ਹੋਣ, ਕਿਤੇ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਨੇ ਲੈ ਜਾਂਦੇ ਨੇ। ਸੋ ਇਹ ਸਾਰਾ ਕੁਝ ਹੋ ਰਿਹਾ। ਫਿਰ ਮੈਨੂੰ ਇਹ ਲੱਗਦਾ ਕਿ ਅੱਜ ਗਲੇ ਦੀ ਹੱਡੀ ਐਸਜੀਪੀਸੀ ਬਣ ਗਈ। ਜੇ ਇੱਕ ਪਰਿਵਾਰ ਦਾ ਕਬਜ਼ਾ ਤੇ ਉਹਦੇ ਪਰਿਵਾਰ ਦੇ ਲਈ ਅੱਜ ਜੇ ਬਦਨਾਮੀ ਦਾ ਕਾਰਨ, ਮੇਰਾ ਖਿਆਲ ਹੈ ਕਿ ਜੇ ਸਿਆਸੀ ਤੌਰ ਤੇ ਉਹ ਪਰਿਵਾਰ ਵਿਚਰੇ ਤਾਂ ਸ਼ਾਇਦ ਉਹ ਆਪਣੇ ਆਪ ਦੇ ਵਿੱਚ ਸਮਰੱਥ ਵੀ ਹੈ ਤੇ ਲੜਾਈ ਲੜ ਸਕਦਾ। ਉਹਨਾਂ ਦੀ ਸਿਆਸਤ ਦੇ ਵਿੱਚ ਜੇ ਅੱਜ ਰੋੜਾ ਬਣਿਆ, ਉਹਨਾਂ ਦੀ ਸਿਆਸਤ ਦਾ ਜੇ ਰਾਹ ਰੋਕਿਆ, ਆ ਗੁਰਦੁਆਰੇ ਨਹੀਂ ਰੋਕਿਆ ਹੋਇਆ। ਅੱਜ ਵਜ੍ਹਾ ਉਹਨਾਂ ਦੀ ਬਦਨਾਮੀ ਦੀ ਤੁਸੀਂ ਕੱਢ ਕੇ ਦੇਖ ਲਓ, ਚਾਹੇ ਹੁਣ ਤੁਸੀਂ ਆਹੀ ਜਿਹੜਾ ਸਾਰੇ ਪ੍ਰਸੰਗ ਤੇ ਆਪਾਂ ਗੱਲ ਕੀਤੀ ਹੈ, ਤੇ ਇਹ ਸਾਰਾ ਕੁਝ ਧਰਮ ਦੀ ਹੈ ਨਾ। ਇਸ ਕਰਕੇ ਅਸੀਂ ਪਿੱਟਦੇ ਆ ਵੀ ਧਰਮ ਆਪਣੀ ਜਗ੍ਹਾ ਕੰਮ ਕਰੇ, ਰਾਜਨੀਤੀ ਆਪਣੀ ਜਗ੍ਹਾ ਕੰਮ ਕਰੇ, ਉਹਦੇ ਨਾਲ ਸਮਾਜ ਦਾ ਵੀ ਕੁਛ ਸਿਵਰੂਗਾ, ਧਾਰਮਿਕ ਤੌਰ ਤੇ ਵੀ ਸਿਵਰੂਗਾ, ਸਮਾਜਿਕ ਤੌਰ ਤੇ ਵੀ ਸਿਵਰੂਗਾ। ਦੱਸੋ, ਲੇਕਿਨ ਸਵਾਲ ਫਿਰ ਉਹੀ ਆ ਜਾਂਦਾ, ਤੁਸੀਂ ਗੱਲਾਂ ਬਹੁਤ ਵੱਡੀਆਂ ਕੀਤੀਆਂ ਨੇ, ਐਲੀਗੇਸ਼ਨ ਵੀ ਲਾਏ ਨੇ, ਸਿੱਧੇ ਤੌਰ ਤੇ ਐਲੀਗੇਸ਼ਨ ਹੀ ਕਹਾਂਗੇ, ਲੇਕਿਨ ਉਸ ਦੇ ਬਾਵਜੂਦ ਦਿੱਲੀ ਮੈਨੇਜਮੈਂਟ ਕਮੇਟੀ ਦੇ ਚੋਣ ਹੁੰਦੇ ਨੇ, ਸਭ ਤੋਂ ਜ਼ਿਆਦਾ ਸੀਟਾਂ ਤੇ ਇਹੀ ਲੈ ਕੇ ਜਾਂਦੇ। ਤੇ ਫਿਰ ਅੱਜ ਜਿਹੜੇ ਸੀਟਾਂ ਲੈ ਕੇ ਗਏ ਨੇ ਕਿੱਥੇ ਨੇ? ਅਸਲ ਵਿੱਚ ਸਿੱਖਾਂ ਦਾ ਇੱਕ ਉਹਨਾਂ ਦੀ ਦਇਆ ਦ੍ਰਿਸ਼ਟੀ ਕਹਿ ਲਓ ਜਾਂ ਉਹਨਾਂ ਦੀ ਸੋਚ ਕਹਿ ਲਓ, ਸਿੱਖ ਕਦੇ ਕਿਸੇ ਦਾ ਕੀਤਾ ਹੋਇਆ ਨਾ ਵਾਪਸ ਨਹੀਂ ਰੱਖਦੇ। ਗੱਲ ਇਹ ਨਹੀਂ ਲੈ ਕੇ ਗਏ, ਇਹਨਾਂ ਦੀ ਤਾਂ ਫੋਟੋ ਵੀ ਨਹੀਂ ਲੱਗੀ ਉੱਥੇ, ਇਹਨਾਂ ਦੀਆਂ ਇਸ਼ਤਿਹਾਰਾਂ ਤੇ ਫੋਟੋਆਂ ਨਹੀਂ ਲੱਗੀਆਂ। ਦੇਖੋ ਸਿਰਸੇ ਨੇ, ਸਾਨੂੰ ਨਹੀਂ ਪਤਾ ਉਹ ਡਰਾਮਾ ਕਰਦਾ ਸੀ, ਸਾਨੂੰ ਨਹੀਂ ਪਤਾ ਉਹ ਬੀਜੇਪੀ ਨਾਲ ਮਿਲਿਆ ਹੋਇਆ ਸੀਗਾ। ਜਿੰਨਾ ਕੋ ਨੇ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਐਜ ਏ ਮੀਡੀਆ ਉਹਨੂੰ ਕਵਰ ਕੀਤਾ, ਉਹ ਕੱਲਾ ਜਿਹੜੇ ਸਾਡੇ ਵਰਗੇ ਧੁਰ ਵਿਰੋਧੀ ਵੀ ਸੀ ਉਹਦੇ, ਉਹਨਾਂ ਨੂੰ ਵੀ ਲੱਗਣ ਲੱਗਾ ਵੀ ਯਾਰ ਚਲੋ ਜੋ ਮਰਜ਼ੀ ਆ, ਕੰਮ ਤਾਂ ਕਰ ਰਿਹਾ ਨਾ। ਸਿੱਖਾਂ ਨੇ, ਦਿੱਲੀ ਦਿਆਂ ਨੇ ਉਹਦੇ ਤੇ ਤਰਸ ਕਰ ਲਿਆ। ਜੇ ਉਹਦੇ ਤੇ ਤਰਸ ਹੁੰਦਾ ਤੇ ਫਿਰ ਆਪ ਕਿਉਂ ਹਾਰਦਾ? ਦੇਖੋ ਇਹ ਕਈ ਵਾਰੀ ਬੰਦੇ ਦੇ ਜਿਹੜੇ ਸਰਕਮਸਟੈਂਸਸ ਹੁੰਦੇ ਨੇ, ਲੀਡ ਤਾਂ ਉਹੀ ਕਰ ਰਿਹਾ ਸੀ ਨਾ। ਇਹ ਤਾਂ ਅੱਜ ਵੀ ਤੁਸੀਂ ਦਿੱਲੀ ਦੇ ਸਿੱਖਾਂ ਨੂੰ ਪੁੱਛੋ, ਵੋਟ ਤਾਂ ਉਹਨੂੰ ਹੀ ਪਈ ਹੈ ਨਾ। ਠੀਕ ਆ, ਉਹ ਆਪਣੀ ਸੀਟ ਟਫ ਮੁਕਾਬਲਾ ਸੀਗਾ, ਕਈ ਵਾਰੀ ਜਿੱਥੋਂ ਬੰਦਾ 2-3 ਵਾਰੀ ਤੋਂ ਜਿੱਤਿਆ ਹੁੰਦਾ, ਐਂਟੀ ਇਨਕੰਬੈਂਸੀ ਉਹਦੀ ਲੋਕਲ ਵੀ ਹੁੰਦੀ ਆ, ਪਰ ਇਹਦੇ ਬਾਵਜੂਦ ਵੀ ਜਿਹੜੀ ਵੋਟ ਪਈ, ਉਹ ਵੋਟ ਉਹਦੇ ਨਾਂ ਤੇ ਪਈ। ਇਹਦੇ ਵਿੱਚ ਦੇਖੋ ਕੋਈ ਦੋਰਾਵਾ ਨਹੀਂ। ਹਾਲਾਂਕਿ ਅਸੀਂ ਉਹਨੂੰ ਚੰਗਾ ਨਹੀਂ ਮੰਨਦੇ, ਅਸੀਂ ਉਹਦਾ ਡਟ ਕੇ ਵਿਰੋਧ ਕਰਦੇ ਹਾਂ, ਪਰ ਮੇਰਾ ਇਹ ਸੁਭਾਅ ਜਾਤੀ ਤੌਰ ਤੇ ਮੈਂ ਕਦੇ ਜਿਹੜੀ ਸੱਚਾਈ ਗੱਲ ਆ, ਮੈਂ ਹਮੇਸ਼ਾ ਇਹੀ ਗੱਲ ਰੱਖੀ, ਉਹਦੇ ਤੇ ਰੱਖੀ ਹੈ। ਚਲੋ ਦਿੱਲੀ ਤੋਂ ਮੁੜ ਆਪਾਂ ਪੰਜਾਬ ਦੇ ਵਿੱਚ ਆ ਜਾਂਦੇ ਹਾਂ, ਹਜੇ ਵੀ ਵਿਰੋਧੀ ਧਿਰ ਦੇ ਵਿੱਚੋਂ ਕੀ ਕਾਰਨ ਹੈ ਇਸ? ਨਹੀਂ, ਵਿਰੋਧੀ ਦੇਖੋ ਗੁਰਮਤ ਦੇ ਵਿੱਚ ਜੇ ਦੇਖੀਏ ਇਹਦੇ ਚ ਕੋਈ ਵਿਰੋਧੀ ਜਾਂ ਨਹੀਂ ਹੁੰਦਾ, ਕਿਉਂਕਿ ਸਾਰੀ ਗੁਰਸਿੱਖਾਂ ਉੱਥੇ। ਮੈਂ ਕੱਲ ਐਸਜੀਪੀਸੀ ਦੀ ਮੀਟਿੰਗ ਦੇ ਵਿੱਚ ਵੀ ਉਹਨਾਂ ਨੂੰ ਇਹ ਬੇਨਤੀ ਕਰੀ ਸੀ ਕਿ ਦੇਖੋ ਤੁਸੀਂ ਸਾਰੇ ਉਮਰ ਚੋਂ ਵੀ ਮੇਰੇ ਤੇ ਵੱਡੇ ਹੋ, ਠੀਕ ਆ, ਇਹ ਠੀਕ ਆ ਕਿ ਤੁਸੀਂ 14 ਜਿਹੜੇ ਇੱਕ ਧਿਰ ਨੇ ਥਾਪੇ ਹੋ, ਤੁਸੀਂ ਕੰਮ ਕਰਨਾ ਉਹਨਾਂ ਦੇ ਮੁਤਾਬਕ। ਮੈਂ ਹੈਗਾ ਕੱਲਾ, ਮੇਰੇ ਤੇ ਸਿੱਖਾਂ ਦੇ ਬਹੁਤ ਵੱਡੇ ਵਰਗ ਦੀ ਨਿਗਾਹ, ਮੇਰੀ ਜਵਾਬਦੇਹੀ ਕਿਸੇ ਇੱਕ ਧੜੇ ਨੂੰ ਨਹੀਂ, ਮੇਰੀ ਬਹੁਤ ਵੱਡੇ ਜਿਹੜੇ ਆ ਵੱਡੇ ਵਰਗ ਦੇ ਸਿੱਖਾਂ ਨੂੰ ਹੈ। ਔਰ ਫਿਰ ਮੈਨੂੰ ਬਣਾਉਣ ਵਾਲੇ ਵੱਖੋ ਵੱਖਰੇ ਧੜਿਆਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੇ, ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਮੈਂਬਰ ਨੇ, ਸਰਦਾਰ ਬਲਵਿੰਦਰ ਸਿੰਘ ਬੈਂਸ ਹੈ, ਉਹਦੇ ਵਿੱਚ ਇੱਕ ਸਰਦਾਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਹੈ, ਤੋ ਇਸੇ ਤਰ੍ਹਾਂ ਮਾਨ ਦਲ ਦੀ ਹੈ ਇੱਕ ਬੀਬੀ। ਮਤਲਬ ਮੈਂ ਇੰਨੇ ਧੜਿਆਂ ਨੂੰ ਰਿਪਰੈਜ਼ੈਂਟ ਕਰਦਾ। ਉਸ ਤੋਂ ਇਲਾਵਾ ਇਸ ਲਈ ਮੇਰਾ ਤਾਂ ਤੁਹਾਨੂੰ ਇਹ ਬੇਨਤੀਆਂ ਕਰਨੀਆਂ ਬਣਦੀਆਂ ਕਿ ਤੁਸੀਂ ਚੰਗੇ ਕੰਮ ਕਰੋਗੇ, ਮੈਂ ਤੁਹਾਡਾ ਅੱਗੇ ਹੋ ਕੇ ਸਵਾਗਤ ਕਰੂੰਗਾ। 10 ਤਰੀਕ ਨੂੰ ਮੀਟਿੰਗ ਆ, ਮੈਂ ਉਹਦੇ ਵਿੱਚ ਇੱਕ ਏਜੰਡਾ ਲਿਜਾ ਰਿਹਾ। ਏਜੰਡਾ ਉਹ ਮੇਰਾ ਕੋਈ ਨਿੱਜੀ ਨਹੀਂ, ਕੋਈ ਸਾਡੀ ਸੰਸਥਾ ਦਾ ਨਹੀਂ, ਕੋਈ ਏਜੰਡਾ ਕੌਮ ਦਾ। ਉਹਦੇ ਵਿੱਚ ਮਸਲਾ ਕਿ ਜੂਨ 1984 ਦੇ ਵਿੱਚ ਜਿਹੜਾ ਸਰਮਾਇਆ ਸੀ, ਫੌਜ ਲੈ ਗਈ ਸੀ ਅਟੈਕ ਤੋਂ ਬਾਅਦ, ਫੌਜ ਨੇ ਵਾਪਸ ਕੀਤਾ, ਪਰ ਸ਼੍ਰੋਮਣੀ ਕਮੇਟੀ ਕੋਲ ਉਹ ਹੈ ਨਹੀਂ। ਹਾਈ ਕੋਰਟ ਦੇ ਵਿੱਚ ਕੇਸ ਚੱਲਦਾ, ਹਾਈ ਕੋਰਟ ਨੇ ਨੋਟਿਸ ਕੀਤਾ ਫੌਜ ਨੂੰ, ਸੈਂਟਰ ਸਰਕਾਰ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ। ਫੌਜ ਤੇ ਸੈਂਟਰ ਸਰਕਾਰ ਨੇ ਰਸੀਦਾਂ ਦਿਖਾ ਦਿੱਤੀਆਂ ਵੀ ਅਸੀਂ ਇਹਨਾਂ ਨੂੰ ਆਹ ਤਰੀਕ ਨੂੰ ਵਾਪਸ ਕਰ ਚੁੱਕੇ ਆ, ਇਹਨਾਂ ਦੇ ਉੱਥੇ ਦਰਜ ਨਹੀਂ। ਅੱਜ 5ਵਾਂ ਪ੍ਰਧਾਨ ਬਣ ਗਿਆ ਸਰਦਾਰ ਹਰਜਿੰਦਰ ਸਿੰਘ ਧਾਮੀ, ਪਰ ਕੋਈ ਵੀ ਜਵਾਬ ਨਹੀਂ ਦੇ ਰਿਹਾ। ਹਾਈ ਕੋਰਟ 'ਚ ਕਹਿ ਰਹੇ ਨੇ ਜੀ ਅਸੀਂ ਕਮੇਟੀ ਬਣਾਈ ਆ। ਹਾਊ ਕੈਨ ਪੋਸੀਬਲ ਕਿ ਜਿਸ ਬੰਦੇ ਦੇ ਘਰ ਦੇ ਵਿੱਚੋਂ ਕੋਈ ਚੀਜ਼ ਗਾਇਬ ਹੋਈ ਵੀ ਹੋਵੇ, ਉਹ ਕਹੇ ਵੀ ਮੈਂ ਕਮੇਟੀ ਬਣਾ ਕੇ ਦੱਸੂਗਾ ਮੇਰੇ ਘਰ 'ਚੋਂ ਕੀ ਹੋਇਆ ਵਾ।
ਇਹ ਮਸਲਾ ਉਹ ਅਸੀਂ ਲੈਣਾ ਹੀ ਲੈਣਾ। ਉਹ ਸਮਾਨ ਹੈ ਗੁਰੂ ਸਾਹਿਬ ਜੀ ਦੀਆਂ ਬੀੜਾਂ ਨੇ ਹੱਥ ਲਿਖਤ, ਹੁਕਮਨਾਮੇ ਨੇ, ਉਹ ਸਰਮਾਇਆ ਜਿਹੜੇ ਬੇਸ ਤੇ ਸਿੱਖ ਕੌਮ ਖੜੀ ਹੈ, ਜਿਹੜੇ ਬੇਸ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸ਼ਬਦ 328 ਸਰੂਪਾਂ ਦਾ ਮਸਲਾ, ਉਹ ਮਸਲਾ ਜਿਹੜਾ ਇਹਨਾਂ ਨੇ ਉਹਦੀਆਂ ਇਨਕੁਆਰੀਆਂ ਝੂਠੀਆਂ ਸੱਚੀਆਂ ਕਰਕੇ ਕੌਮ ਦੀਆਂ ਅੱਖਾਂ 'ਚ ਘੱਟਾ ਪਾ ਰਹੇ ਨੇ, ਪਰ ਕੌਮ ਮੰਨਣ ਨੂੰ ਤਿਆਰ ਨਹੀਂ। 80 ਸਰੂਪ ਅਗਨ ਭੇਟ ਹੋਏ, ਕੀ ਕੁਛ ਹੋਇਆ, ਪੈਸੇ ਖਾਦੇ, ਉਹ ਮਸਲਾ ਜਿਹੜਾ ਕਲੀਅਰ। ਨੰਬਰ 3, ਸਾਡੇ ਕੋਲ ਪੰਜਾਬ 'ਚ ਤਖਤ 3 ਨੇ, ਉਹਦੇ ਤੇ ਜਥੇਦਾਰ 2 ਨੇ। ਹਾਲਾਂਕਿ ਮੈਂ ਇਹ ਮੰਨਦਾ ਕਿ ਜਿਹੜਾ ਤੀਆ ਵੀ ਲੱਗਣਾ ਉਹ ਬਾਦਲ ਪਰਿਵਾਰ ਦਾ ਹੀ ਲੱਗਣਾ, ਉਹਨਾਂ ਦੀ ਮਰਜ਼ੀ ਦਾ ਲੱਗਣਾ, ਪਰ ਮੈਂ ਇਹ ਕਹਿੰਦਾ ਵੀ ਤੂੰ ਇੱਕ ਲਾ ਤਾਂ ਲਾਓ। ਇੰਨੇ ਗ੍ਰੰਥੀ ਸਿੰਘ ਨੇ, ਉਹ ਜਿਹੜੇ ਵਿਚਾਰੇ ਗਿਆਨੀ ਹਰਪ੍ਰੀਤ ਸਿੰਘ ਨੇ, ਉਹ ਕਦੇ ਗੱਡੀ ਭਜਾਉਂਦੇ ਨੇ ਦਮਦਮਾ ਸਾਹਿਬ ਨੂੰ, ਕਦੇ ਅਕਾਲ ਤਖਤ ਨੂੰ, ਇੱਕ ਜਗ੍ਹਾ ਵਿਚਾਰਾ ਟਿਕ ਕੇ ਬਹਿ ਜੂ। ਤਾਂ ਇਹ ਕੀ ਮਜਬੂਰੀ ਆ? ਇਹ ਕੋਈ ਸਰਕਾਰੀ ਪੋਸਟ ਹੈ ਵੀ ਜੀ ਡੀਸੀ ਕਿਸੇ ਜ਼ਿਲ੍ਹੇ ਦਾ ਚਲਿਆ ਗਿਆ ਛੁੱਟੀ ਤੇ ਦੂਸਰੇ ਡੀਸੀ ਨੂੰ ਚਾਰਜ ਦੇ ਦਿੱਤਾ? ਉਹ ਵੀ ਕੋਈ 10-15 ਦਿਨ ਦੀ ਗੱਲ ਹੁੰਦੀ, ਇੱਥੇ 2 ਸਾਲ ਹੋ ਗਿਆ। ਸਰਕਾਰੀ ਕਾਰਨ ਜਿਹੜਾ ਇਹ ਆ, ਇਹ ਗੱਲ ਕਰਨੀ। ਉਸ ਤੋਂ ਇਲਾਵਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਾਡੇ ਜਿਹੜੇ ਗੁਰੂ ਘਰਾਂ ਦੇ ਮੈਨੇਜਰ ਨੇ, ਉਹਨਾਂ ਦੇ ਕੰਮ ਜਿਹੜੇ ਚੰਗੇ ਨੇ ਉਹਨਾਂ ਨੂੰ ਪ੍ਰਸ਼ੰਸਾ ਮਿਲਣੀ ਚਾਹੀਦੀ ਆ। ਉਹਨਾਂ ਤੇ ਲੀਡਰਾਂ ਦਾ ਦਬਾਅ ਨਹੀਂ ਹੋਣਾ ਚਾਹੀਦਾ। ਲੀਡਰ ਉਹਨਾਂ ਨੂੰ ਆਪਣੇ ਕਰਿੰਦੇ ਬਣਾ ਕੇ ਵਰਤਦੇ ਨੇ। ਜਿਹੜੇ ਮਾੜੇ ਬੰਦੇ ਨੇ, ਜਿਨ੍ਹਾਂ ਦੇ ਲਹੂ ਮੂੰਹ ਲੱਗਿਆ ਹੈ, ਜਿਨ੍ਹਾਂ ਨੇ ਕਰਪਸ਼ਨਾਂ ਕੀਤੀਆਂ, ਉਹ ਟੌਪ ਦੀਆਂ ਪੋਸਟਾਂ ਤੇ ਮੈਨੇਜਰ ਨਹੀਂ ਲੱਗਣੇ ਚਾਹੀਦੇ। ਸੋ ਮੈਂ ਤਾਂ ਹੈਰਾਨ ਹਾਂ ਕਿ ਤੁਸੀਂ ਇਹ ਦੇਖੋ ਵੀ ਜਿਨ੍ਹਾਂ ਨੇ MSc PhD ਕਰਨ ਦੇ ਨੇੜੇ ਨੇ, ਉਹ 10-10 ਹਜ਼ਾਰ ਤੇ ਸਾਡੇ ਕੋਲ ਸੇਵਾਦਾਰ ਰੱਖੇ ਹੋਏ ਨੇ, ਤੇ ਜਿਹੜੇ ਲੀਡਰਾਂ ਦੇ 12-12 ਪੜ੍ਹੇ ਹੋਏ ਨਲਾਇਕ ਬੰਦੇ ਨੇ, ਉਹ ਗ੍ਰੇਡ ਲੈ ਰਹੇ ਨੇ। ਸੋ ਇਹ ਬੜੀਆਂ ਸਮੱਸਿਆਵਾਂ ਨੇ, ਇਹ ਕੋਈ ਮੇਰੇ ਆਪਣੇ ਨਹੀਂ। ਯਾਨੀ ਆ ਸਾਰੀ ਸਮੱਸਿਆਵਾਂ ਅਗਲੀ ਮੀਟਿੰਗ ਦੇ ਵਿੱਚ ਚੱਕੀਆਂ ਜਾਣਗੀਆਂ? ਬਿਲਕੁਲ ਜੀ, ਬਿਲਕੁਲ। ਮੈਂ ਬਕਾਇਦਾ ਲਿਖਤੀ ਰੂਪ ਦੇ ਵਿੱਚ ਇਹਨਾਂ ਨੂੰ ਦੇ ਰਿਹਾ। ਮੈਂ ਇਹ ਨਹੀਂ ਕਹਿ ਰਿਹਾ ਵੀ ਉਸੇ ਦਿਨ ਸਾਰਾ ਕੁਝ ਕਰ ਦਿਓ, ਪਰ ਮੈਂ ਇਹ ਕਹਿਣਾ ਵੀ ਤੁਹਾਨੂੰ ਇਹ ਏਜੰਡੇ ਤੇ ਤੁਰਨਾ ਪਊਗਾ। ਏਜੰਡੇ ਤਾਂ ਬਹੁਤ ਨੇ, ਹਰ ਮੀਟਿੰਗ ਤੇ ਦਿਆਂਗੇ, ਔਰ ਫਿਰ ਪ੍ਰੈਸ ਰਾਹੀਂ ਪੂਰੀ ਸੰਗਤ ਨੂੰ ਮੈਂ ਦੱਸਦਾ ਦਊਂਗਾ, ਭਾਈ ਆਹ ਮੈਂ ਦੇ ਦਿੱਤਾ। ਹੁਣ ਇਹ ਕਿੰਨਾ ਕੁ ਅੱਗੇ ਤੁਰਦੇ ਨੇ, ਨਹੀਂ ਤੁਰਦੇ, ਇਹ ਜਵਾਬ ਦਿੰਦੇ ਨੇ, ਇਹਨਾਂ ਦੀ ਜਵਾਬਦੇਹੀ ਬਣੂਗੀ। ਤੇ ਮੇਰੇ ਕੋਲ ਇੱਕ ਪਾਵਰ ਹੈਗੀ ਕਿ ਜਿੱਥੇ ਮਤਾ ਪਊਗਾ ਉੱਥੇ ਮੈਂ ਆਜ਼ਾਦ ਹਾਂ ਕਿ ਮੈਂ ਆਪਣਾ ਡੀਸੈਂਟ ਨੋਟ ਉਹਦੇ ਤੇ ਲਾ ਸਕਦਾ, ਤੇ ਮੈਂ ਲਾਉਂਗਾ। ਬਿਲਕੁਲ। ਦੇਖੋ, ਹਾਂ, ਇੱਕ ਵੱਡਾ ਮਸਲਾ ਬੇਅਦਬੀ ਦਾ ਵੱਡਾ ਮਸਲਾ। ਇਸ ਤੋਂ ਇਲਾਵਾ SGPC ਦੇ ਵਿੱਚ ਵੀ ਸੁਧਾਰ ਦੀ ਜਿਹੜੀ ਲੋੜ ਹੈ, ਉਸ ਨੂੰ ਲੈ ਕੇ ਮਤੇ ਜਿਹੜੇ ਨੇ ਅਗਲੀ ਮੀਟਿੰਗ ਦੇ ਵਿੱਚ ਲੈ ਕੇ ਜਾਣਗੇ। ਵੇਖਣ ਵਾਲੀ ਗੱਲ ਰਹੇਗੀ ਇਹਨਾਂ ਦੇ ਮਤੇ ਦੇ ਉੱਪਰ ਕਿਸ ਤਰ੍ਹਾਂ ਦੇ ਜਿਹੜਾ ਰੁਖ ਹੈ SGPC ਦਾ ਵੇਖਣ ਨੂੰ ਮਿਲੇਗਾ, ਪ੍ਰਧਾਨ ਸਾਹਿਬ ਦਾ ਕਿਸ ਤਰ੍ਹਾਂ ਦਾ ਰੁਖ ਜਿਹੜਾ ਉੱਥੇ ਵੇਖਣ ਨੂੰ ਮਿਲੇਗਾ। ਔਰ ਜਿਹੜਾ ਬੇਅਦਬੀ ਦਾ ਅਸਲ ਮਸਲਾ ਹੈ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਵਾਈ ਜਾਏਗੀ, ਕਿਆ ਵਾਕਿਆ ਹੀ ਇਸ ਟਰਮ ਦੇ ਵਿੱਚ ਚੰਨੀ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਕਾਮਯਾਬ ਹੋਊਗੀ ਜਾਂ ਫਿਰ ਨਹੀਂ? ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ TV, ਚੰਡੀਗੜ੍ਹ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% दी गारंटी। अष्टाम पेपर समेत सब तो पहला काम करन दा वादा। नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जां तुड़वाओ, रुस्से नूं मनाउणा। हुणे कॉल करो बाबा सलीम खान 98 199 37 467।